ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਬੀਰ ਜੀ ਦੇ ਜਿਹੜੇ ਸ਼ਲੋਕ ਲੈ ਰਹੇ ਹਾਂ, 111ਵਾਂ ਸ਼ਲੋਕ ਲੈ ਰਹੇ ਹਾਂ 1370 ਅੰਗ ਦੇ ਉੱਤੇ। ਇਹਦੇ ਵਿੱਚ ਕਬੀਰ ਜੀ ਆਪਾਂ ਨੂੰ ਦੱਸ ਰਹੇ ਭਾਈ ਖਾਨਦਾਨ ਦਾ ਨਾਮ ਜਿਹੜਾ ਹੈਗਾ ਕਿਵੇਂ ਰੋਸ਼ਨ ਹੁੰਦਾ ਹੈ। ਕਬੀਰ 1370 ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ। ਕਹਿੰਦੇ ਉਹ ਕੁਲ ਭਲੀ ਹੈਗੀ ਭਾਈ, ਉਹ ਖਾਨਦਾਨ ਵਧੀਆ ਹੈਗਾ ਜਿਸ ਕੁਲ ਦੇ ਵਿੱਚ ਕੋਈ ਪਰਮੇਸ਼ਰ ਦਾ ਦਾਸ, ਮਾਲਕ ਦੀ ਭਗਤੀ ਕਰਨ ਵਾਲਾ, ਮਾਲਕ ਨੂੰ ਯਾਦ ਕਰਨ ਵਾਲਾ ਪੈਦਾ ਹੋ ਗਿਆ। ਨਹੀਂ ਤਾਂ ਦੁਨੀਆ ਜਿਹੜੀ ਹੈਗੀ ਆ ਸਾਰਿਆਂ ਦੇ ਕੁਲਾਂ ਦੇ ਵਿੱਚ ਮਾਇਆ ਨੂੰ ਜਿਹੜੇ ਹੈਗੇ ਯਾਦ ਕਰਨ ਵਾਲੇ ਹੀ ਪੈਦਾ ਹੁੰਦੇ ਆ। ਸਾਰੀ ਦੁਨੀਆ ਜਿਹੜੀ ਹੈਗੀ ਆ ਮਾਇਆ ਨੂੰ ਪ੍ਰੀਫਰੈਂਸ ਦਿੰਦੀ ਆ। ਦੋ ਚੀਜ਼ਾਂ ਹੈਗੀਆਂ, ਦੋ ਹੀ, ਇੱਕ ਹੈਗੀ ਪਰਮਾਤਮਾ, ਇੱਕ ਉਹਦੀ ਪ੍ਰਕਿਰਤੀ ਮਾਇਆ ਜੋ ਖਿਲਰੀ ਹੋਈ ਹੈ, ਜੋ ਸੋਹਣੀ ਸਜੀ ਸਵਾਰ ਕੇ ਜਿਹੜਾ ਹੈਗਾ ਆਪਣੇ ਸਾਹਮਣੇ ਜਿਹੜੀ ਹੈਗੀ ਆ ਆਪਣਾ ਮਨ ਮੋਹੰਦੀ ਆ। ਦੋ ਚੀਜ਼ਾਂ ਹੈਗੀਆਂ, ਚੁਆਇਸ ਆਪਣੀ ਹੈਗੀ ਆ। ਕਬੀਰ ਜੀ ਕਹਿੰਦੇ ਉਹ ਖੁੱਲ ਬਹੁਤ ਭਲਾ ਹੈਗਾ ਭਾਈ, ਜਿਹਦੇ ਵਿੱਚ ਕੋਈ ਐਸਾ ਟਾਵਾਂ ਪੈਦਾ ਹੋ ਗਿਆ ਜਿਹੜਾ ਕਿ ਪਰਮਾਤਮਾ ਨੂੰ ਜਿਹੜਾ ਹੈਗਾ ਚਾਹੁੰਦਾ ਹੈਗਾ। ਇਹ ਪ੍ਰਕਿਰਤੀ ਨੂੰ ਦੇਖ ਕੇ ਜਿਹਦੇ ਅੰਦਰ ਉਸ ਕਰਤੇ ਦੀ ਯਾਦ ਆਉਂਦੀ ਹੈ, ਕਿਰਤ ਤੋਂ ਕਰਤੇ ਦੀ ਯਾਦ ਆਉਂਦੀ, ਜਿਹਦਾ ਕਰਤਾ ਜਿਹਨੂੰ ਲੱਭਦਾ ਹੈ, ਜਿਹੜਾ ਪ੍ਰਕਿਰਤੀ ਦੇ ਪਿੱਛੇ ਕਰਤਾ। ਕਹਿੰਦੇ ਉਹ ਕੁਲ ਜਿਹੜਾ ਹੈਗਾ ਉਹ ਕੁਲ ਭਲੀ ਹੈ ਭਾਈ, ਉਹ ਖਾਨਦਾਨ ਰੋਸ਼ਨ ਕਰੇਗਾ, ਉਸ ਖਾਨਦਾਨ ਨੂੰ ਲੋਕੀ ਯਾਦ ਕਰਨਗੇ। ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ। ਜਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਕਹਿੰਦੇ ਜਿਹੜੀ ਕੁਲ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਨ ਵਾਲਾ, ਮਾਲਕ ਨੂੰ ਯਾਦ ਕਰਨ ਵਾਲਾ, ਜਿਹੜੀ ਕੁਲ ਦੇ ਵਿੱਚ ਜਿਹੜਾ ਹੈਗਾ ਨਮਕ ਹਲਾਲ, ਇੱਕ ਹੁੰਦਾ ਨਮਕ ਹਰਾਮ, ਇੱਕ ਹੁੰਦਾ ਨਮਕ ਹਲਾਲ। ਜਿਹੜੀ ਕੁਲ ਦੇ ਵਿੱਚ ਉਹ ਮਾਲਕ ਪਰਮਾਤਮਾ ਜਿਹਨੇ ਸਰੀਰ ਦਿੱਤਾ ਹੈ, ਸਾਰੇ ਪਦਾਰਥ ਦਿੱਤੇ ਆ, ਉਸ ਮਾਲਕ ਨੂੰ ਥੈਂਕ ਕਰਨ ਵਾਲਾ ਜਿਹੜੀ ਕੁਲ ਦੇ ਵਿੱਚ ਕੋਈ ਪੈਦਾ ਹੋ ਜਾਂਦਾ ਹੈ, ਉਹ ਕੁਲ ਭਲੀ ਹੈ ਭਾਈ। ਨਹੀਂ ਤਾਂ ਬਾਕੀ ਜਿਹੜੇ ਹੈਗੇ ਜਿਵੇਂ ਬਨਸਪਤੀ ਹੈਗੀ ਆ, ਉਹਦੇ ਵਿੱਚ ਢਾਕ ਤੇ ਪਲਾਹੀ, ਇਹਨਾਂ ਦੇ ਦਰਖਤ ਜਿਹੜੇ ਹੈਗੇ ਨਾ ਤਾਂ ਇਹਨਾਂ ਦੀ ਲੱਕੜ ਕੰਮ ਆਉਂਦੀ ਆ ਤੇ ਨਾ ਹੀ ਇਹਨਾਂ ਦੇ ਕੋਲ ਫਰੂਟ ਕੰਮ ਆਉਂਦੇ ਆ ਭਾਈ। ਉਹ ਤਾਂ ਐਵੇਂ ਹੀ ਫਾਲਤੂ ਦੁਨੀਆ ਦੇ ਵਿੱਚ ਆਇਆ, ਸਰੀਰ ਲਿਆ ਔਰ ਸਰੀਰ ਲੈ ਕੇ ਜਿਹੜਾ ਹੈਗਾ ਦੁਨੀਆ ਦੇ ਪਦਾਰਥ, ਰਸ ਕਸ ਰੰਗ ਸਾਰਾ ਦੁਨੀਆ ਮਾਣਿਆ, ਇਕੱਠਾ ਕੀਤਾ, ਇੱਥੇ ਹੀ ਛੱਡ ਕੇ ਤੁਰਦਾ ਬਣਿਆ। ਖੱਟੀ ਕੁਛ ਵੀ ਨਹੀਂ ਹੈ। ਹਾਂਜੀ ਵੀਰ ਜੀ। ਸਾਹਿਬ ਤੁਕ ਫੇਰ ਦੁਬਾਰਾ ਬੋਲਿਓ। ਹਾਂ, ਕਬੀਰ 111 ਨੰਬਰ ਸੋਈ ਕੁਲ। ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ। ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਸਹੀ ਹੈ, ਕਹਿੰਦੇ ਕਿ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੈ ਕੁਲ ਦਾਸ ਨਾ ਉਪਜੇ ਸੋ ਕੁਲ ਢਾਕ ਪਲਾਸ। ਹਾਂ, ਪੈਦਾ ਹੋਣਾ ਹੈ ਭਾਈ, ਉਪਜੈ ਪੈਦਾ ਹੋਣਾ ਹੈ ਜਿਸ ਕੁਲ ਦੇ ਖਾਨਦਾਨ ਦੇ ਵਿੱਚ, ਕਿਉਂਕਿ ਸਾਰੇ ਤਾਂ ਪੈਦਾ ਹੋ ਰਹੇ ਜੀਵ, ਆਪਾਂ ਪੈਦਾ ਹੀ ਹੋਏ ਆ। ਕਹਿੰਦੇ ਜਿਹੜੀ ਕੁਲ 'ਚ ਭਗਤੀ ਕਰਨ ਵਾਲਾ ਨਹੀਂ ਪੈਦਾ ਹੋਇਆ, ਉਹ ਤਾਂ ਐਵੇਂ ਢੱਕ ਪਲਾਈ ਆ, ਢਾਕ ਕੇ ਜਿਹੜੇ ਹੈਗੇ ਇਹਦੇ ਦਰਖਤ ਹੈਗੇ ਜਿਨ੍ਹਾਂ ਦੀ ਨਾ ਲੱਕੜ ਕੰਮ ਆਏ, ਨਾ ਤਾਂ ਉਹਨਾਂ ਦੇ ਜਿਹੜੇ ਹੈਗੇ ਕੋਈ ਫਰੂਟ ਹੈਗੇ। ਉਹ ਕਹਿੰਦੇ ਕਿ ਉਹ ਕੁਲ ਭਲੀ ਆ ਜਿੱਥੇ ਰੱਬ ਦਾ ਕੋਈ ਦਾਸ ਜੰਮਦਾ ਹੈ। ਹਾਂ, ਰੱਬ ਦਾ ਦਾਸ ਕੋਈ ਰੱਬ ਬੰਦਾ ਥੋੜੀ ਹੈਗਾ, ਉੱਥੇ ਸ਼ਕਤੀ ਹੈ। ਮਤਲਬ ਕਿ ਉਹਦੀ ਭਗਤੀ ਕਰਨ ਵਾਲਾ, ਸੱਚ ਤੇ ਚੱਲਣ ਵਾਲਾ, ਜਿਹਦੀ ਜ਼ਿੰਦਗੀ 'ਚ ਸੱਚ ਹੈਗਾ, ਉਹ
ਭਲੀ ਹੈ, ਕਿਉਂਕਿ ਸੱਚ ਦੇ ਵਿੱਚ ਚੱਲਣਾ, ਸੱਚ ਦੇ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ, ਕੋਈ ਬਹੁਤ ਉੱਚੀ ਗੱਲ ਹੈ। ਤੇ ਕਹਿੰਦੇ ਬਾਕੀ ਜਿਹੜੇ ਨਹੀਂ ਚੱਲਦੇ ਤੇ ਫਿਰ ਤੇ ਕਹਿੰਦੇ ਉਹ ਕੋਈ ਆਮ ਹੀ ਜੀਵਨ ਹੈ, ਏਡਾ ਵਧੀਆ ਗੱਲ ਤੇ ਹੈ ਕੋਈ ਨਹੀਂ। ਮੇਜਰ ਸਾਹਿਬ ਸਹੀ ਆ? ਹਾਂਜੀ ਹਾਂਜੀ, ਉਹਨਾਂ ਦੇ ਪੱਲੇ ਕੁਝ ਨਹੀਂ ਹੈ ਨਾ। ਕੀ ਕੀਤਾ ਉਹਨਾਂ ਨੇ ਦੁਨੀਆ 'ਚ ਆ ਕੇ? ਆਪਾਂ ਜਿਹੜੇ ਹੈਗੇ ਸੋਚ ਲਈਏ ਵੀ ਹਾਲੇ ਤੱਕ ਆਪਣੇ ਕੋਲ ਹੈ ਕੀ ਹੈ। ਆਪਣੇ ਕੋਲ ਆਪਾਂ ਆਪਣਾ ਜਿਹੜਾ ਹੈਗਾ ਤੋਲੀਏ ਤਾਂ ਸਹੀ ਨਾ, ਵੀ ਸਾਡੇ ਕੋਲ ਕਿਹੜੀ ਚੀਜ਼ ਹੈਗੀ, ਅਸੀਂ ਕੀ ਲੈ ਕੇ ਜਾ ਰਹੇ ਹਾਂ। ਮੰਨ ਲਓ ਅੱਜ ਡਿਸਪੋਜ਼ਲ ਹੈ ਆਪਣਾ, ਅੱਜ ਜਿਹੜਾ ਹੈਗਾ ਆਪਣੀ ਵਿਦਾਇਗੀ ਸਮਾਰੋਹ ਹੈਗਾ, ਤੇ ਪੱਲੇ ਕੀ ਹੈਗਾ ਆਪਣੇ। ਬਸ ਆਹ ਚੀਜ਼ ਆਪਾਂ ਨੇ ਦੇਖਣਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਤੁਹਾਡੀ ਜ਼ਿੰਦਗੀ 'ਚ ਪ੍ਰਾਪਤੀ ਕੀ ਹੈ? ਹਾਂ, ਜੇ ਪ੍ਰਾਪਤੀ ਤੇ ਕੁਝ ਨਹੀਂ ਹੈਗਾ ਤਾਂ ਸਮਝ ਲਓ ਕਿ ਫਿਰ ਤੇ ਉਹ ਆ ਦੂਜੀ ਲੈਣ ਵਾਸਤੇ ਹੀ ਆਪਣਾ ਜੀਵਨ ਹੈ। ਬਿਲਕੁਲ ਪਹਿਲੀ ਤੁਕ ਵਾਲੀ ਗੱਲ ਤੇ ਨਹੀਂ ਨਾ ਹੈਗੀ। ਹਾਂਜੀ ਨਜਰ। ਹਾਂ, ਕਬੀਰ ਹੈ ਗਏ ਵਾਹਨ ਸਗਨ ਕੰਨ ਲਾਖ ਧਜਾ ਫਹਿਰਾਏ। ਹੁਣ ਕਬੀਰ ਜੀ ਉਸ ਨੂੰ ਖੋਲ ਰਹੇ ਅੱਗੇ ਵੀ ਦੁਨੀਆ 'ਚ ਲੋਕੀ ਕਹਿਣ ਵੀ ਅਸੀਂ ਤਾਂ ਦੁਨੀਆ ਦੇ ਵਿੱਚ ਦੇਖੋ ਕਿੰਨੀ ਪ੍ਰਾਪਰਟੀ ਬਣਾ ਲਈ ਆ, ਕਿੰਨੇ ਕਿੱਲੇ ਲੈ ਲਏ ਆ, ਕਿੰਨੇ ਜਿਹੜੇ ਹੈਗੇ ਘਰ ਬਣਾ ਲਏ ਆ, ਕਿੰਨੀਆਂ ਕਾਰਾਂ ਆ, ਕਿੰਨੇ ਬੱਚੇ ਪੜ੍ਹਾ ਲਏ, ਇੰਟੈਲੀਜੈਂਟ ਕਰਤਾ ਸਾਰੀ। ਹੁਣ ਕਬੀਰ ਜੀ ਕਹਿੰਦੇ ਆ, ਕਬੀਰ ਹੈ ਗਏ ਵਾਹਨ ਸਗਨ ਘਨ ਲਾਖ ਧਜਾ ਫਹਿਰਾਏ। ਕਹਿੰਦੇ ਇੰਨੇ ਕੁ ਤੇਰੇ ਵਾਹਨ ਹੋ ਗਏ ਤੇਰੇ ਕੋਲ ਜਿਹੜੇ ਹੈਗੇ, ਇੰਨੀਆਂ ਕਾਰਾਂ, ਇੰਨੇ ਟਰੱਕ, ਇੰਨੇ ਫਲਾਨੇ, ਔਰ ਘਣੇ ਜਿਹੜੇ ਆ ਤੇਰੀ ਪ੍ਰਾਪਰਟੀ ਬਣ ਗਈ ਭਾਈ। ਲੱਖਾਂ ਹੀ ਤੇਰੀਆਂ ਜਿਹੜੇ ਝੰਡੇ ਝੂਲ ਰਹੇ ਹੁਣ ਦੁਨੀਆ ਦੇ ਵਿੱਚ, ਤੂੰ ਬੜਾ ਪਾਤਸ਼ਾਹ ਰਾਜਾ ਬਣ ਜਾਏ। ਯਾ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ। ਕਹਿੰਦੇ ਇਹਦੇ ਨਾਲੋਂ ਤਾਂ ਮੰਗ ਕੇ ਖਾਣਾ ਚੰਗਾ ਆ ਮਿੱਤਰਾ। ਜੇ ਕੋਈ ਮੰਗ ਕੇ ਖਾ ਰਿਹਾ, ਉਹ ਪਰਮੇਸ਼ਰ ਨੂੰ ਯਾਦ ਕਰ ਰਿਹਾ ਆ, ਤੇ ਆ ਤੇਰੇ ਜਿਹੜੇ ਹੈਗੇ ਰਾਜਿਆਂ ਮਹਾਰਾਜਿਆਂ ਦਾ ਜੀਵਨ ਜਿਹੜਾ ਹੈਗਾ ਉਹ ਬੱਤਰ ਹੈ ਇਹਦੇ, ਉਹਦੇ ਨਾਲੋਂ ਉਹ ਜਿਹੜਾ ਮੰਗ ਕੇ ਖਾਣ ਵਾਲਾ ਔਰ ਮਾਲਕ ਨੂੰ ਯਾਦ ਕਰਨ ਵਾਲਾ, ਉਹ ਜਿਹੜਾ ਹੈਗਾ ਭਾਈ ਉਹ ਵਧੀਆ ਹੈਗਾ। ਇਹਦੇ ਨਾਲੋਂ ਭਿੱਖਿਆ ਚੰਗੀ ਆ, ਮੰਗ ਕੇ ਖਾਣਾ ਚੰਗਾ ਹੈ ਜੇ ਪਰਮਾਤਮਾ ਜਿਹੜਾ ਹੈਗਾ ਮਾਲਕ ਨੂੰ ਯਾਦ ਕਰਦਾ ਹੈ ਤੇ। ਹਾਂਜੀ ਵੀਰ ਜੀ। ਹੁਣ ਦੇਖੋ ਸਾਧ ਸੰਗਤ ਜੀ, ਉਹ ਕਹਿੰਦੇ ਨੇ ਕਿ ਜਿਹੜਾ ਬੰਦਾ ਸੰਸਾਰ ਦੇ ਬਹੁਤ ਸਾਰੇ ਸੁੱਖ ਪਦਾਰਥਾਂ ਨੂੰ ਇਕੱਠਾ ਕਰ ਲੈਂਦਾ ਹੈ, ਪਰ ਉਹਦੀ ਜ਼ਿੰਦਗੀ 'ਚ ਰੱਬ ਦਾ ਨਾਂ ਹੀ ਨਹੀਂ ਹੈਗਾ। ਇੱਕ ਤਰਫ ਜਿਹੜਾ ਦੂਜਾ ਬੰਦਾ ਹੈ ਜਿਹੜਾ ਬਹੁਤ ਸਿੰਪਲ ਜੀਵਨ, ਬਹੁਤ ਘੱਟ ਪੈਸਾ, ਬਹੁਤ ਘੱਟ ਫੈਸਿਲਿਟੀ, ਪਰ ਉਹਦੇ ਜੀਵਨ 'ਚ ਪ੍ਰਮਾਤਮਾ ਦਾ ਨਾਮ ਹੈ। ਉਹ ਕਹਿੰਦਾ ਉਹਨਾਂ ਤੋਂ ਕਰੋੜਾਂ ਗੁਣਾ ਚੰਗਾ ਹੈ ਉਹ ਇਨਸਾਨ, ਕਰੋੜਾਂ ਗੁਣਾ। ਪਰ ਜੇ ਸਾਡੀ ਨਜ਼ਰ 'ਚ ਵੇਖੀਏ ਤੇ ਸਾਡੇ ਘਰ ਕੋਈ ਬੰਦਾ ਗਰੀਬ ਜਿਹਾ ਆਇਆ ਹੋਵੇ ਨਾ, ਭਾਵੇਂ ਉਹ ਕਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ, ਪਰ ਸਾਡੀ ਨਜ਼ਰ ਉਹਦੇ ਲਈ ਇੰਨੀ ਵਧੀਆ ਨਹੀਂ ਹੈ। ਕਿੰਨਾ ਵਧੀਆ ਇਨਸਾਨ ਹੋਵੇ, ਸਾਡੇ ਕੁਝ ਵੀ ਵਧੀਆ ਚਿੰਤਨ ਨਹੀਂ ਆਵੇਗਾ। ਇੱਕ ਬੰਦਾ, ਇੱਕ ਨਿਕੰਮਾ, ਇੱਕ ਠੱਗ, ਇੱਕ ਚੋਰ, ਜਿਹਨੇ ਲੋਕਾਂ ਦਾ ਧਨ ਇਕੱਠਾ ਕਰ ਲਿਆ, ਬਹੁਤ ਧਨ ਸੰਗ੍ਰਹਿ ਕਰ ਲਿਆ, ਸਹੂਲਤਾਂ ਬਹੁਤ ਹੈ ਕੋਲ, ਪਰ ਉਹਦਾ ਆਪਣਾ ਪੈਸਾ ਨਹੀਂ, ਹੱਕ ਲਾਲ ਦਾ ਪੈਸਾ ਕੋਈ ਨਾ, ਤੇ ਸਾਡੀ ਨਜ਼ਰ 'ਚ ਉਹ ਬੰਦਾ ਬਹੁਤ ਵੱਡਾ ਹੈ। ਇਹ ਸੱਚ ਹੈ। ਬਿਲਕੁਲ। ਆਪਾਂ ਏਦਾਂ ਹੀ ਆਪਾਂ ਦੁਨੀਆ ਨੂੰ ਇਸ ਤਰਾਜੂ ਤੇ ਜੋਖਦੇ ਹਾਂ, ਪਰ ਗੁਰੂ ਨਾਨਕ ਪਾਤਸ਼ਾਹ ਨੇ ਏਦਾਂ ਨਹੀਂ ਜੋਖਿਆ ਸੀ। ਉਹ ਗਰੀਬ ਦੇ ਘਰ ਰੋਟੀ ਖਾ ਕੇ ਆਏ ਆ। ਆਪ ਸਮਝਦੇ ਮੇਰੀ ਗੱਲ? ਉਹਨਾਂ ਨੇ ਸੱਚ ਦੇ ਨਾਲ ਸੰਪਰਕ ਲਾਇਆ, ਸੱਚ ਦੇ ਨਾਲ ਜੀਵਨ ਬਤੀਤ ਕੀਤਾ। ਉਹਨਾਂ ਨੂੰ ਕਿਸੇ ਦੇ ਵੱਧ ਪੈਸਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਤੇ ਹੁਣ ਵੇਖੋ ਇਹ ਲੋਕ ਕੀ ਕਰਦੇ ਫਿਰਦੇ। ਆਮ ਹੀ ਬੰਦਾ ਭਟਕ ਜਾਂਦਾ ਹੈ ਤੇ ਉਹ ਵੇਖੋ ਮਾਇਆ ਦੇ ਪਿੱਛੇ ਪੈ ਜਾਂਦਾ ਹੈ, ਜਦ ਕਿ ਉਹ ਸ਼ੁਰੂਆਤ ਉਹਨੇ ਮਾਇਆ ਤੋਂ ਭੱਜਣ ਲਈ ਕੀਤੀ ਸੀ। ਬਾਅਦ ਦੇ ਵਿੱਚ ਮਾਇਆ ਇੰਨੀ ਪਾਵਰਫੁਲ ਹੋ ਜਾਂਦੀ, ਉਹ ਬੰਦੇ ਨੂੰ ਘੇਰਾ ਪਾ ਲੈਂਦੀ ਆ ਕਈ ਅਨੇਕਾਂ ਰੂਪਾਂ ਦੇ ਰਾਹੀਂ। ਠੀਕ ਹੈ ਨਾ ਜੱਜ ਸਾਹਿਬ? ਬਿਲਕੁਲ। ਪਰ ਉਹ ਕਹਿੰਦੇ ਨਹੀਂ, ਉਹ ਗੱਲ ਸਹੀ ਨਹੀਂ ਹੈ। ਹਾਂਜੀ ਅੱਗੇ ਚੱਲੀਏ। ਹਾਂ, ਕਹਿੰਦੇ ਕਬੀਰ ਜੀ ਦੇਖੋ, ਕਹਿੰਦੇ ਕਿ ਮੰਗਤਾ ਚੰਗਾ ਹੈ। ਕਹਿੰਦੇ ਮੰਗਤਾ ਚੰਗਾ ਹੈ ਭਾਈ, ਜਿਹਦੇ ਕੋਲ ਕੁਛ ਨਹੀਂ ਮੰਗ ਕੇ ਹੀ ਖਾਣਾ ਹੈ। ਉਹਦੇ ਕੋਲ ਜਿਹੜਾ ਹੈਗਾ, ਜਿਹੜਾ ਸਵੇਰ ਦਾ ਮੰਗਿਆ ਸ਼ਾਮ ਦਾ ਪਤਾ ਨਹੀਂ ਉਹਦਾ। ਕਹਿੰਦੇ ਮੰਗਤਾ ਚੰਗਾ ਹੈ ਜੇ ਪਰਮੇਸ਼ਰ ਨੂੰ ਯਾਦ ਕਰ ਰਿਹਾ, ਧਿਆਨ ਕਰ ਰਿਹਾ ਹੈ, ਤੇ ਰਾਜੇ ਮਹਾਰਾਜੇ ਦਾ ਉਹਨਾਂ ਨਾਲੋਂ ਵਧੀਆ ਹੈਗਾ ਭਾਈ। ਮਾਲਕ ਉਹਨੂੰ ਪ੍ਰੈਫਰੈਂਸ ਦਿੰਦੇ ਆ। ਹੁਣ ਇਸ ਤੋਂ ਅੱਗੇ ਕਬੀਰ ਜੀ ਹੋਰ ਖੋਲ ਰਹੇ ਆ ਇਸ ਨੂੰ। ਕਬੀਰ ਸਭ ਜਗ ਹੋਂ ਫਿਰਿਓ ਮਾਂਦਲ ਕੰਧ ਚੜਾਏ। ਕਹਿੰਦੇ ਮੈਂ ਮੋਢੇ ਦੇ ਉੱਤੇ ਢੋਲ ਲੈ ਕੇ ਬਜਾ ਕੇ ਢੋਲ ਮੁਨਿਆਦੀ ਕਰਕੇ ਲੋਕਾਂ ਨੂੰ ਪੁੱਛਦਾ ਆ ਭਾਈ
ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕੋਈ ਦੱਸ ਦਿਓ ਭਾਈ ਜਿਹੜਾ ਹੈਗਾ, ਕੋਈ ਕਿਸੇ ਦਾ ਬਣਿਆ ਆ, ਕੋਈ ਕਿਸੇ ਦੇ ਨਾਲ ਜਾਂਦਾ ਹੈ, ਕੋਈ ਪ੍ਰਾਪਰਟੀ, ਕੋਈ ਧਨ ਦੌਲਤ, ਕੋਈ ਘਰ ਗ੍ਰਸਤੀ, ਕੋਈ ਕਾਰਾਂ, ਕੋਈ ਜਿਹੜੇ ਹੋਰ ਹੈਗੇ ਜ਼ਮੀਨ ਜਾਇਦਾਦ, ਕਿਹੜੀ ਕਿਸੇ ਦੇ ਨਾਲ ਜਾਂਦੀ ਹੈ, ਦੱਸ ਦਿਓ ਭਾਈ। ਮੈਂ ਤਾਂ ਕਹਿੰਦੇ ਠੋਕ ਵਜਾ ਕੇ ਦੇਖ ਲਿਆ ਵੀ ਕੋਈ ਵੀ ਚੀਜ਼ ਦੁਨੀਆ ਦੇ ਵਿੱਚ ਜਾਣ ਵਾਲੀ ਨਹੀਂ ਆ। ਸਿਰਫ ਜਿਹੜਾ ਹੈ ਜਿੰਨੀ ਕੁ ਆਪਾਂ ਨੂੰ ਲੋੜ ਹੈਗੀ, ਜਿੰਨੀ ਕੁ ਆਪਾਂ ਨੇ ਖਾ ਲਈ ਪੀ ਲਈ, ਓਨੀ ਕੀ ਜਿਹੜੀ ਹੈਗੀ ਆ ਆਪਣਾ ਯੂਸਫੁਲ ਹੈਗੀ ਭਾਈ। ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਸਿੰਘ ਜਿਹੜੇ ਸੀ ਘੋੜਿਆਂ ਦੀ ਕਾਠੀ ਜਿਨ੍ਹਾਂ ਦੀ ਜਿਹੜੀ ਹੈਗੀ ਆ, ਉਹ ਘਰ ਸੀਗਾ ਜਿਨ੍ਹਾਂ ਦਾ, ਜੰਗਲਾਂ ਦੇ ਵਿੱਚ ਰਹਿੰਦੇ ਸੀਗੇ। ਬਸ ਆਹੀ ਬੋਲਾ ਸੀਗਾ ਉਹਨਾਂ ਦਾ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਕਬੀਰ ਜੀ ਕਹਿ ਰਹੇ ਆ, ਕਹਿੰਦੇ ਸਾਰੀ ਮੈਂ ਠੋਕ ਵਜਾ ਕੇ ਚੰਗੀ ਤਰ੍ਹਾਂ ਦੇਖ ਲਈ ਆ ਭਾਈ, ਕੋਈ ਕਿਸੇ ਦਾ ਨਹੀਂ ਹੈਗਾ। ਜੇ ਕੋਈ ਹੈ ਦੱਸ ਦਿਓ, ਕਿਸੇ ਦਾ ਕੁਛ ਹੈਗਾ ਤੇ ਕੋਈ ਮੈਨੂੰ ਸਾਹਮਣੇ ਆ ਕੇ ਮੈਨੂੰ ਦੱਸ ਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਫਿਰ ਉਹ ਸਮਝਾ ਰਹੇ ਨੇ, ਕਹਿੰਦੇ ਕਿ ਇਹ ਜਿਹੜਾ ਜਗਤ ਆ, ਇਹ ਸਭ ਤੇਰੇ ਲਾਗੇ ਕਿਉਂ ਹਨ? ਕਿਉਂਕਿ ਤੂੰ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ। ਜਦੋਂ ਇਹਨਾਂ ਨੂੰ ਤੇਰੇ ਤੋਂ ਵਧੀਆ ਸਾਧਨ ਮਿਲ ਜਾਂਦਾ ਹੈ, ਇਹ ਤੈਨੂੰ ਛੱਡ ਦਿੰਦੇ ਨੇ, ਤਿਆਗ ਕਰ ਦਿੰਦੇ ਨੇ। ਪਰ ਮੋਹ ਜਿਹੜਾ ਹੁੰਦਾ ਹੈ ਉਹ ਬੜਾ ਅੰਨਾ ਹੁੰਦਾ ਹੈ। ਅੱਜ ਦੀ ਡੇਟ 'ਚ ਮੈਂ ਇੱਥੇ ਇੱਕ ਅੰਮ੍ਰਿਤਸਰ ਦੇ 'ਚ ਫਰਮ ਸੀ, ਖੰਨਾ ਪੇਪਰ ਮਿਲ। ਬਜ਼ੁਰਗ ਉੱਥੇ ਬਾਹਰ ਬੈਠੇ। ਪਹਿਲੀ ਗੱਲ ਤੇ ਉਹਦੇ 2 ਮੁੰਡੇ ਸੀ ਤੇ ਮੁੰਡਿਆਂ ਦੇ ਨਾਂ ਤੇ ਪ੍ਰਾਪਰਟੀ ਲਾਤੀ। ਪਤਾ ਨਹੀਂ ਕੀ ਹੋਇਆ, 51 ਪਤਾ ਨਹੀਂ 52%। ਫਿਰ ਬਾਅਦ ਦੇ ਵਿੱਚ ਮੁੰਡਿਆਂ ਨੇ ਕਹਿਤਾ ਕਿ ਬਾਪੂ ਸਾਡੇ ਦਫ਼ਤਰ 'ਚ ਨਾ ਆਵੇ। ਚਲੋ ਉਹ ਜੀ ਹੁਣ ਬਾਹਰ ਉਹਨਾਂ ਨੇ ਵਾਚਮੈਨ ਨੂੰ ਕਹਿਤਾ ਕਿ ਇਹ ਬੁੱਢਾ ਬੁੱਢੀ ਅੰਦਰ ਨਹੀਂ ਵੜਨੇ ਚਾਹੀਦੇ ਨਾ। ਇਹ ਖੰਨਾ ਪੇਪਰ ਮਿਲ ਬੜੇ ਵੱਡੇ ਅਮੀਰ ਬੰਦੇ ਨੇ, ਕੋਈ ਆਮ ਬੰਦਾ ਨਹੀਂ। ਬਿਲਕੁਲ। ਹੁਣ ਪਤਾ ਨਹੀਂ ਉਸ ਬੰਦੇ ਨੇ ਕਿੱਦਾਂ ਦਾ ਧਨ ਇਕੱਠਾ ਕੀਤਾ, ਹੁਣ ਆਪਾਂ ਨੂੰ ਕੀ ਪਤਾ। ਉਹਦੀ ਲਾਦ ਇੰਨੀ ਬਾਗੀ ਹੋ ਗਈ ਉਹ ਤੋਂ। ਅੱਛਾ, ਉਹ ਇੱਕ ਦਿਨ ਫਿਰ ਉੱਥੇ ਬਾਹਰ ਖਲੋਤੇ ਖਲਾਤੇ ਭੰਜੇ ਬੈਠੇ, ਉਹਨਾਂ ਕੁਰਸੀ ਤੱਕ ਨਹੀਂ ਦਿੱਤੀ ਉਹਨਾਂ ਨੂੰ ਬਹਿਣ ਨੂੰ। ਆਪ ਜਸਟ ਸੋਚੋ। ਉਹ ਵਾਚਮੈਨ ਕਹਿੰਦੇ ਭਾਈ ਸਾਡੀ ਵੀ ਨੌਕਰੀ ਦਾ ਮਸਲਾ ਵਾ, ਪਹਿਲਾਂ ਤੁਸੀਂ ਮਾਲਕ ਸੀ ਪਰ ਹੁਣ 52% ਉਹਨਾਂ ਕੋਲ ਆ, ਤੁਹਾਡੇ ਕੋਲ 48% ਆ। ਤੇ ਉੱਥੇ ਅਦਾਲਤ 'ਚ ਕੇਸ ਲਾਇਆ ਤੇ ਉਹ ਮਾਂ ਕਹਿੰਦੀ ਆ ਮੈਂ ਪਰਵਰਿਸ਼ ਤੇ ਵਧੀਆ ਕੀਤੀ, ਚੰਗੇ ਸੰਸਕਾਰ ਦਿੱਤੇ। ਹੁਣ ਪਤਾ ਨਹੀਂ ਦਿੱਤੇ ਕਿ ਨਹੀਂ ਦਿੱਤੇ। ਇਹ ਸਾਡੇ 'ਚ ਇੱਕ ਬਹੁਤ ਵੱਡੀ ਕਮਜ਼ੋਰੀ ਆ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਨਹੀਂ ਦਿੰਦੇ, ਉਹਨੂੰ ਨਹੀਂ ਦੱਸਦੇ ਕਿ ਪੁੱਤ ਦੇਖ ਪੈਸਾ ਧੇਲਾ ਇੱਕ ਅਲੱਗ ਚੀਜ਼ ਹੀ, ਇਸ ਤੋਂ ਪਰੇ ਇੱਕ ਧਰਮਰਾਜ ਬੈਠਾ ਹੀ, ਤੂੰ ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰਨਾ ਹੈ ਔਰ ਤੂੰ ਏਦਾਂ ਦਾ ਜੀਵਨ ਬਤੀਤ ਕਰਕੇ ਤੂੰ ਦੂਜਿਆਂ ਦੇ ਕੰਮ ਆਵੀਂ। ਠੀਕ ਹੈ, ਫਿਰ ਤੇ ਬੱਚਿਆਂ ਨੂੰ ਚੰਗੇ ਸੰਸਕਾਰ ਆ। ਤੇ ਜੇ ਤੁਸੀਂ ਕਹੋ ਕਿ ਮੇਰਾ ਪੁੱਤਰ ਤੂੰ ਦੁਨੀਆ ਦੀ ਸਭ ਤੋਂ ਵੱਡੀ ਨੌਕਰੀ ਪ੍ਰਾਪਤ ਕਰਨੀ, ਸਭ ਤੋਂ ਵੱਡੇ ਕਾਲਜ ਜਾਣਾ, ਵੱਧ ਤੋਂ ਵੱਧ ਪੈਸਾ ਪ੍ਰਾਪਤ ਕਰਨਾ ਹੈ, ਪ੍ਰਾਪਰਟੀ ਬਣਾਉਣੀ ਆ, ਫਿਰ ਤੇ ਗੜਬੜ ਹੋ ਗਈ। ਕਿਉਂਕਿ ਤੁਸੀਂ ਉਹਨੂੰ ਮਨੀ ਮਾਈਂਡਡ ਬਣਾਤਾ। ਸੰਸਕਾਰ ਜਿਹੜੇ ਬੱਚੇ ਦੇ ਹੁੰਦੇ ਨਹੀਂ, ਉਹ ਬੰਦਾ ਜਿਹੜਾ ਹੁੰਦਾ ਉਹ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ। ਕਿਉਂ? ਉਹਦੇ ਅੰਦਰ ਫੀਲਿੰਗ ਨਹੀਂ ਹੁੰਦੀ ਇਹ ਦੂਜਾ ਕੀ ਮਹਿਸੂਸ ਕਰਦਾ ਹੈ, ਪੈਸਾ ਕਿੱਥੋਂ ਲਿਆਂਦਾ ਹੈ, ਪੈਸਾ ਕਿਸ ਤਰੀਕੇ ਨਾਲ ਕਮਾਇਆ ਗਿਆ। ਇਹ ਤੁਹਾਡੇ ਸੰਸਕਾਰ ਦੱਸਦੇ ਆ ਬੱਚੇ ਨੂੰ ਕਿ ਨੇਕ ਕਮਾਈ ਲਿਆਉਣੀ ਆ ਪੁੱਤ। ਬੱਚੇ ਕੁੜੀਏ ਮੁੰਡਾ ਜੋ ਵੀ ਆ, ਆਪਣੀ ਮਿਹਨਤ ਕਰਨੀ ਆ ਤਾਂ ਉਹ ਪੈਸੇ ਨੂੰ ਰਿਜ਼ਕ ਨੂੰ ਘਰ ਲੈ ਕੇ ਆਉਣਾ ਹੈ। ਫਿਰ ਕੀ ਹੋਊਗਾ, ਤੂੰ ਰਿਜ਼ਕ ਲੈ ਕੇ ਆਏਂਗਾ, ਫਿਰ ਤੈਨੂੰ ਇਹ ਸੁੱਖ ਹੋਊਗਾ ਕਿ ਉਹ ਜਿਹੜਾ ਪੈਸਾ ਹੈ ਤੇਰੀ ਬੁੱਧੀ ਭ੍ਰਿਸ਼ਟ ਨਹੀਂ ਕਰੂਗਾ। ਜੇ ਉਹਨੂੰ ਤੁਸੀਂ ਇਕੱਲਾ ਪੈਸਾ ਹੀ ਪੈਸਾ, ਤੇ ਫਿਰ ਪੈਸੇ ਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਹੈ, ਫਿਰ ਉਹਦੇ ਲਈ ਰਿਸ਼ਤੇ ਨਾਤੇ ਨੁੱਤੇ ਕੋਈ ਚੀਜ਼ ਨਹੀਂ ਹੁੰਦੀ। ਫਿਰ ਉਹ ਇੱਕ ਅਲੱਗ ਕਿਸਮ ਦਾ ਇਨਸਾਨ ਬਣ ਜਾਂਦਾ। ਹੁਣ ਇੱਥੇ ਵੀ ਉਹ ਕਹਿ ਰਹੇ ਨੇ ਕਿ ਜੇ ਬੇਸ਼ੱਕ ਤੂੰ ਇਹ ਮਨ 'ਚ ਧਾਰ ਕੇ ਬੈਠਾ ਹੈ ਕਿ ਮੇਰਾ ਫਲਾਣਾ ਤੇ ਮੇਰਾ ਢਿਮਕਾ ਹੈ, ਥੋੜਾ ਬਹੁਤਾ ਐਵੇਂ ਉੱਪਰੋਂ ਆ, ਜ਼ਿਆਦਾ ਡੀਪ ਡੂਪ ਕੁਛ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਇਹ ਪ੍ਰਕਿਰਤੀ ਦੇ ਨਿਯਮ ਹੈ। ਦੇਖੋ ਸਾਧ ਸੰਗਤ ਜੀ, એનર્ਜੀ ਜਿਹੜੀ ਹੁੰਦੀ ਨਾ, ਤੀਰ ਗਾਂਹ ਨੂੰ ਜਾਂਦਾ, ਪਿੱਛੇ ਨੂੰ ਨਹੀਂ ਜਾਂਦਾ। ਹੁਣ ਤੁਸੀਂ ਵੀ
ਅੱਗੇ ਜਾ ਸਕਦੇ ਜੋ। ਹੁਣ ਜੀਵਨ 'ਚ ਪਿੱਛੇ ਤੇ ਖਤਮ, ਪਿੱਛੇ ਤੇ ਦਰਵਾਜ਼ਾ ਬਲੌਕ ਹੋ ਗਿਆ ਨਜਰ ਸਾਹਿਬ। ਬਿਲਕੁਲ ਪਿੱਛੇ ਥੋੜੀ ਕੋਈ ਜਾ ਸਕਦਾ ਹੈ। ਆਪਾਂ ਗਾਂ ਹੀ ਜਾ ਸਕਦੇ ਹਾਂ, ਆਪਣੇ ਕੋਲ ਆਪਸ਼ਨ ਨਹੀਂ ਹੈਗਾ। ਔਰ ਹਰ ਦਿਨ ਆਪਾਂ ਜਾ ਰਹੇ ਹਾਂ, ਔਰ ਇੱਕ ਸਮਾਂ ਆਊਗਾ। ਹੁਣ ਮੈਂ ਕੱਲ ਬੈਠਾ ਹਿਸਾਬ ਕਿਤਾਬ ਲਾਉਂਦੇ ਹਾਂ, ਕਹਿੰਦੇ ਕੋਈ 750 ਪਤਾ ਨਹੀਂ 800 ਕਰੋੜ ਲੋਕ ਰਹਿੰਦੇ ਆ ਧਰਤੀ ਤੇ ਮੈਂ ਇਹ ਕਹਿੰਦਾ ਕਿ 60-70 ਸਾਲਾਂ 'ਚ ਇਹ ਸਾਰੇ ਮਰ ਜਾਣੇ ਆ। ਇਹਦੀ ਜਗ੍ਹਾ ਫੇਰ ਨਵੇਂ ਲੋਕ ਆ ਜਾਣੇ। ਬਿਲਕੁਲ 750 ਕਰੋੜ 50-60 ਸਾਲ 'ਚ ਮਰ ਜਾਣਾ ਹੈ ਸਾਰਾ। ਹੋ ਸਕਦਾ ਬਿਮਾਰੀ ਬਮੂਰੀ ਹੋਵੇ ਤੇ ਪਹਿਲਾਂ ਹੀ ਬੁੜਕ ਜਾਣ। ਆਪ ਜਸਟ ਸੋਚੋ ਕਿੰਨਾ ਬੰਦਾ ਰੋਜ਼ ਦਾ ਮਰੂਗਾ। ਹਰ ਦਿਨ ਕਿੰਨਾ ਬੰਦਾ ਪੈਦਾ ਹੋ ਰਿਹਾ, ਕਿੰਨੇ ਬੰਦੇ ਮਰ ਰਹੇ ਨੇ। ਕਿੱਦਾਂ ਜਸਟ ਵੇਖੋ ਕਿੰਨਾ ਫਾਸਟ ਸਿਸਟਮ ਚੱਲਣ ਦਿਆ। ਪਰ ਧਰਮਰਾਜ ਨੂੰ ਕੋਈ ਫਰਕ ਨਹੀਂ ਜੋ ਪੈਂਦਾ। ਬਹੁਤ ਪਾਵਰਫੁਲ ਉਹਦਾ ਕੰਪਿਊਟਰ ਬਹੁਤ ਵੱਡਾ ਹੈ। ਇੱਕ ਦਾ ਹਿਸਾਬ ਆ, ਇੱਕ ਕੀੜੇ ਮਕੌੜੇ ਸਾਰਿਆਂ ਦਾ ਹਿਸਾਬ ਕਿਤਾਬ ਹੈਗਾ ਉਹਦੇ ਕੋਲ। ਹਾਂ ਉਹਦੇ ਕੋਲ ਬਹੁਤ ਹੈ। ਹੁਣ ਦੇਖੋ ਪਤਾ ਕੀ ਹੈ, ਦੇਖੋ ਸਾਧ ਸੰਗਤ ਜੀ ਇੱਕ ਚੀਜ਼ ਨੂੰ ਸਮਝੋ, ਇੱਥੇ ਇੱਕ ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਜਦੋਂ ਤੁਹਾਡੇ ਅੰਦਰ ਨਿਰਵਿਚਾਰ ਅਵਸਥਾ ਬਣੀ, ਚੇਤਨਾ ਬਣੀ, ਤੇ ਉਸ ਤੋਂ ਬਾਅਦ ਪ੍ਰਾਪਤੀ ਕੀ ਹੋਣੀ ਆ? ਤੁਹਾਡੇ ਅੰਦਰ ਬੁੱਧੀ ਦਾ, ਵਿਵੇਕ ਦਾ ਪ੍ਰਕਾਸ਼ ਵਧਣਾ। ਇੰਨੇ ਜਿਹਾ ਸਭ ਸੱਚ ਜੇ। ਬਿਲਕੁਲ ਅਗਲਾ ਸ਼ਲੋਕ ਕਬੀਰ ਜੀ ਦਾ ਇਹੀ ਕਹਿ ਰਿਹਾ ਹੈ। ਤੁਸੀਂ ਮਾੜਾ ਜਿਹਾ ਧਿਆਨ ਇਕਾਗਰ ਕਰ ਲਓ, 2-4 ਮਹੀਨੇ 5 ਮਹੀਨੇ ਤੁਸੀਂ ਉਹ ਇਨਸਾਨ ਨਹੀਂ ਰਹਿ ਜਾਣਾ ਜੋ ਇਨਸਾਨ ਪਹਿਲਾਂ ਦੇ ਸੀ। ਉਹ ਡਜ਼ਨ ਮੈਟਰ। ਤੁਹਾਡੀ ਉਮਰ 100 ਸਾਲ, ਤੁਹਾਡੀ 90 ਸਾਲ, ਤੁਸੀਂ ਦੁਨੀਆ ਦੀਆਂ ਕਿਤਾਬਾਂ ਪੜ੍ਹੀਆਂ, ਤੁਸੀਂ ਕੁਛ ਵੀ ਕੀਤਾ, ਉਹ ਗਿਆਨ ਇੱਕ ਅਲੱਗ ਗਿਆਨ। ਤੁਸੀਂ 2-4 ਮਹੀਨੇ ਸਾਧਨਾ ਕਰਕੇ ਵੇਖ ਲਓ, ਤੁਹਾਡਾ ਧਿਆਨ ਇਕਾਗਰ ਹੋ ਗਿਆ, ਤੁਹਾਡੇ ਅੰਦਰ ਬੁੱਧੀ ਦਾ, ਵਿਵੇਕ ਦਾ ਪ੍ਰਕਾਸ਼ ਹੋ ਜਾਣਾ ਜੇ, ਤੇ ਤੁਹਾਨੂੰ ਹੰਕਾਰ ਤੋਂ ਮੁਕਤੀ ਮਿਲ ਜਾਣੀ ਜੀ। ਔਰ ਸੱਚ ਔਰ ਝੂਠ ਦਾ ਪਤਾ ਲੱਗ ਜਾਣਾ। ਹਾਂ ਗਿਆਨ ਹੋ ਜਾਣਾ ਤੁਹਾਨੂੰ ਚੰਗੀ ਤਰੀਕੇ ਨਾਲ। ਜਿਹੜਾ ਦੇਖੋ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲਿਆ, ਆਪਣੇ ਆਪ ਨੂੰ ਜਾਣ ਲਿਆ ਮਤਲਬ ਚੇਤਨ ਸਤਾ 'ਚ, ਜਿੱਥੇ ਬਾਣੀ ਕਹਿੰਦੀ ਆ ਨਾ ਉੱਥੇ ਸੂਰਜ, ਨਾ ਉੱਥੇ ਚੰਦਰਮਾ, ਨਾ ਉੱਥੇ ਤਾਰੇ, ਨਾ ਮਾਂ ਪਿਓ, ਨਾ ਤੂੰ ਜਿਹਦਾ ਨਾਂ ਹੈ ਬੰਟੀ, ਸ਼ੈਂਪੀ ਜਾਂ ਜੋ ਮਰਜੀ ਕਹਿ ਲਓ, ਹਰਦੀਪ, ਕਰਤਾਰ, ਜੋ ਮਰਜੀ ਨਾਂ ਹੈ, ਚਰਨਜੀਤ ਐਰਾ ਵਗੈਰਾ, ਜਿੱਥੇ ਇਹ ਕੁਝ ਨਹੀਂ ਹੈਗਾ, ਤੂੰ ਇਕੱਲਾ ਰਹਿ ਗਿਆ। ਇਸ ਕੱਪੜੇ ਨੂੰ ਉਤਾਰ ਕੇ ਜਦੋਂ ਤੂੰ ਆਪਣੇ ਰੂਪ ਨੂੰ ਦੇਖ ਲੇਗਾ ਤੇ ਤੈਨੂੰ ਹੰਕਾਰ ਤੋਂ ਮੁਕਤੀ ਮਿਲ ਜੂਗੀ। ਬੜਾ ਹੀ ਆਸਾਨ ਕੰਮ ਜੇ। ਉਹਦਾ ਹੰਕਾਰ ਤੋਂ ਕੋਈ ਮੁਕਤੀ ਨਹੀਂ ਜੇ। ਹੰਕਾਰ ਬੜਾ ਪਾਵਰਫੁਲ ਹੈ। ਜਦੋਂ ਇਹ 5 ਤੱਤਾਂ ਤੋਂ ਆਪਾਂ ਅੱਗੇ ਲੰਘ ਜਾਂਦੇ ਹਾਂ, ਇਹ ਜਿੰਨੀ ਵੀ ਕਿਰਿਆ ਚੱਲ ਰਹੀ ਹੈ ਨਾ, ਦੇਖੋ ਇਹ ਸਾਰੀ ਕਿਰਿਆ ਚੱਲ ਰਹੀ ਹੈ ਆਪਣੇ ਸਰੂਪ ਨੂੰ, ਆਪਣੇ ਨਿੱਜ ਸਰੂਪ ਨੂੰ ਜਾਣਨਾ। ਔਰ ਉਹਨੂੰ ਜਾਣਨ ਦਾ ਕੇਵਲ ਇੱਕੋ ਤਰੀਕਾ ਹੈ, ਉਹ ਹੈ ਤੁਰੀ ਅਵਸਥਾ। ਜਾਗਰਤ ਆਪਾਂ ਕਥਾ ਸੁਣਦੇ ਹਾਂ, ਸਪਨ ਜਦੋਂ ਆਪਾਂ ਸੁਪਨੇ 'ਚ ਚੱਲ ਜਾਂਦੇ ਹਾਂ, ਸੁਖਾਪਤੀ ਦੇ ਵਿੱਚ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਆ। ਸਵੇਰੇ ਹੀ ਤਾਜ਼ੇ ਹੋ ਜਾਂਦੇ ਹਾਂ। ਤੁਸੀਂ ਦੇਖਿਆ, ਤੁਸੀਂ ਜਦੋਂ ਸਵੇਰੇ ਉੱਠਦੇ ਜੋ, ਤੁਹਾਨੂੰ ਤਾਜ਼ਗੀ ਕਿਉਂ ਅਨੁਭਵ ਹੋਈ? ਕਿਉਂਕਿ ਤੁਸੀਂ ਹਉਮੈ ਦੇ ਰੋਗ ਤੋਂ ਮੁਕਤ ਹੋ ਗਏ। ਆਪਾਂ ਵੈਸੇ ਸਵੇਰ ਤੋਂ ਵੇਖੋ ਹਉਮੈ 'ਚ ਤੁਰੇ ਫਿਰਦੇ ਹਾਂ। ਤੁਸੀਂ ਵੇਖੋ, ਨਜ਼ਰ ਮਾਰੋ, ਤੁਹਾਨੂੰ ਪਤਾ ਲੱਗ ਜੂਗਾ। ਹਉਮੈ 'ਚ ਸਾਰਾ ਇਹ ਕੰਮ ਆਪਣੇ ਹਉਮੈ 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 ਹਉਮੈ। ਔਰ ਹਉਮੈ ਇੰਨੀ ਪਾਵਰਫੁਲ ਚੀਜ਼ ਆ, ਉਹ ਸਾਨੂੰ ਅਸ਼ਾਂਤੀ ਕਰਕੇ ਰੱਖਦੀ ਹੈ। ਨਜਰ ਸਾਹਿਬ ਬਿਲਕੁਲ ਹਉਮੈ ਨੇ ਤੁਹਾਨੂੰ ਸ਼ਾਂਤ ਨਹੀਂ ਹੋਣ ਦੇਣਾ। ਤੁਹਾਡੇ ਅੰਦਰ ਇੰਨੀ ਬੇਚੈਨੀ, ਇੰਨੀ ਅਸ਼ਾਂਤੀ ਪੈਦਾ ਹੋ ਜਾਣੀ। ਔਰ ਰਾਤ ਨੂੰ ਜਦੋਂ ਆਪਾਂ ਸੌਂਦੇ ਹਾਂ ਤੇ ਆਪਾਂ ਸੁਖਾਪਤੀ 'ਚ ਜਾਂਦੇ ਹਾਂ, ਉੱਥੋਂ ਸਾਨੂੰ ਇੱਕ ਚੀਜ਼ ਤੋਂ ਮੁਕਤੀ ਹੁੰਦੀ ਹੈ, ਉਹ ਹੈ ਹਉਮੈ, ਮੈਂ ਭਾਵ ਤੋਂ। ਕਿਉਂਕਿ ਸਪਨ ਦੇ ਵਿੱਚ ਵੀ ਅਸੀਂ ਬੈਠੇ ਹੁੰਦੇ ਹਾਂ, ਸਪਨ 'ਚ ਵੀ ਅਸੀਂ ਸੁਪਨਾ ਵੇਖਦੇ ਹਾਂ, ਕੁਛ ਨਾ ਕੁਛ ਸਾਡੇ ਅੰਦਰ ਕਿਰਿਆ ਚੱਲਦੀ ਆ। ਔਰ ਸੁਖਾਪਤੀ 'ਚ ਕੀ ਹੋਇਆ? ਬੂੰਦ ਸਾਗਰ 'ਚ ਗਈ, ਉਹਦਾ ਹੀ ਰੂਪ ਹੋ ਗਈ, ਫਿਰ ਹਉਮੈ ਨਹੀਂ ਹੈਗੀ। ਹੁਣ ਦੇਖੋ, ਜਦੋਂ ਤੁਸੀਂ ਜਾਗਰਤ ਅਵਸਥਾ 'ਚ, ਉਸ ਜਦ ਤੱਕ ਸੁੱਤੀ ਅਵਸਥਾ 'ਚ ਜਾਂਦੇ ਜੇ ਤਾਂ ਕੋਈ ਫਰਕ ਨਹੀਂ ਪਏਗਾ। ਤੁਹਾਡੇ ਜੀਵਨ 'ਚ ਕੋਈ ਉਚਾਈ ਨਹੀਂ ਹੋਣੀ, ਕੁਛ ਵੀ ਨਹੀਂ ਪਤਾ ਲੱਗਣਾ ਤੁਹਾਨੂੰ। ਬੰਦੇ ਸੌਂਦੇ ਹੀ ਆ, ਕਿਹੜਾ ਨਹੀਂ ਸੌਂਦਾ? ਸਾਰੇ ਸੌਂਦੇ ਆ। ਨਾ ਵੀ ਸੌਂਗੇ ਤੁਸੀਂ ਗੋਲੀ ਖਾ ਕੇ ਸੌਂ ਲਓ। ਬਿਲਕੁਲ। ਔਰ ਸਵੇਰੇ ਥੋੜੀ ਹਾਂਜੀ ਹਾਂ, ਸਵੇਰੇ ਉੱਠਦੇ ਸਾਰ, ਹਾਂਜੀ ਗੁਰਕੀ ਸਾਹਿਬ ਸਾਰੀ ਸਵੇਰੇ ਉੱਠਦੇ ਸਾਰ ਮੈਂ ਕਿਹਾ ਆਪਾਂ ਨੇ ਫਿਰ ਉਹੀ ਫਾਈਲਾਂ ਖੋਲ ਲੈਣੀਆਂ ਹੈ। ਬਸ ਸੌਂ ਕੇ ਉਹ ਫਾਈਲਾਂ ਕਲੋਜ਼ ਕੀਤੀਆਂ ਮਾਲਕ ਨੇ, ਸਵੇਰੇ ਉੱਠਦੇ ਸਾਰ ਫਿਰ ਆਪਾਂ ਨੇ ਉਹੀ ਫਾਈਲਾਂ ਖੋਲ ਲੈਣੀਆਂ। ਕੰਪਿਊਟਰ ਤੁਹਾਡੇ ਦੇ ਡੈਸਕਟਾਪ ਤੇ ਜੋ
ਸ਼ਾਰਟਕਟ ਪਏ ਆ, ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਵੇਖਣਾ ਵਾ। ਬਿਲਕੁਲ ਰੀਸਟਾਰਟ ਕਰੋ ਕੰਪਿਊਟਰ। ਸ਼ਾਰਟਕਟ ਕਿੱਥੇ ਜਾਣੇ ਆ? ਉਹ ਤੇ ਤੁਸੀਂ ਪਾਏ ਨੇ, ਖੁਦ ਰੱਖੇ ਨੇ ਉੱਥੇ ਵੱਡੀਆਂ ਫਾਈਲਾਂ ਪਿੱਛੇ। ਤੋਂ ਇੱਥੇ ਇਹ ਚੀਜ਼ ਨੂੰ ਸਮਝੀਏ, ਜਦੋਂ ਸਾਧ ਸੰਗਤ ਜੀ ਤੁਸੀਂ ਭਗਤੀ ਕੀਤੀ ਔਰ ਜਿੱਥੇ ਆਪਾਂ ਸੁਖਾਪਤੀ ਬੇਹੋਸ਼ੀ 'ਚ ਜਾਂਦੇ ਆ, ਉੱਥੇ ਆਪਾਂ ਜਾਗਰਤ ਅਵਸਥਾ 'ਚ ਜਾਣਾ। ਕਬਲ ਇੰਨਾ ਹੀ ਕੰਮ ਆ। ਹੁਣ ਉਹ ਕੋਈ ਕਿੱਥੋਂ ਮਰਜੀ ਗੱਲ ਕਰੀ ਜਾਵੇ, ਕੋਈ ਇੱਧਰ ਤੇ ਉੱਧਰ, ਉਹ ਸਭ ਗੱਲਾਂ ਹੀ ਆ। ਇਹ ਇੰਨੀ ਤੁਕ ਦੇ ਵਿੱਚ ਸਾਰਾ ਬ੍ਰਹਮ ਦਾ ਸਾਰ ਆ ਗਿਆ। ਬਿਲਕੁਲ ਇਸ ਤੋਂ ਸਹੀ ਕੁਝ ਨਹੀਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਤੁਸੀਂ ਦੁਨੀਆ ਦਾ ਕੋਈ ਗ੍ਰੰਥ ਫੜ ਲਓ, ਇਸ ਤੋਂ ਵੱਧ ਕਿਸੇ ਨੇ ਗੱਲ ਕੀਤੀ ਹੋਵੇ ਨਾ, ਤੁਸੀਂ ਮੈਨੂੰ ਫੜ ਲਓ, ਮੈਨੂੰ ਫੋਨ ਕਰ ਦਿਓ, ਕੱਲ ਪੁੱਛ ਲੈਣਾ। ਜਾਗਤ ਅਵਸਥਾ 'ਚ ਉੱਥੇ ਪਹੁੰਚਣਾ ਤੇ ਕੰਮ ਹੋ ਗਿਆ। ਹੋ ਗਿਆ ਹੰਕਾਰ। ਤੁਸੀਂ ਕਿਤੇ 5-6 ਮਹੀਨੇ ਉਸ ਅਵਸਥਾ ਨੂੰ ਅਨੁਭਵ ਕਰ ਲਿਆ ਔਰ 84 ਵੀ ਗਈ। ਫਿਰ ਰਾਮ ਕਬੀਰਾ ਇੱਕ ਬੇ कोई न सके पछानी। ठीक है, इन्नी गल। जब हम होते तब तुम नहीं, जब तुम होते तब हम नहीं। उस जगह ते पहुंचना है। फिर हुंदी है तुक उत्थे, फिर तस्दीक करदी है बाणी, घड़ी है सुरत मत मन बुद्ध, उत्थे घड़ी जानी है तुहाडी सुरती। हुण घड़ीए सुरत मत मन बुद्ध, मन ते बुद्धि। बुद्धि ਜਿਹੜੀ बुद्धि ਭਰਮਾਂ ਦੇ ਵਿੱਚ ਘੁੰਮ ਰਹੀ ਸੀ, ਪਦਾਰਥਵਾਦੀ ਸੀ, ਕੇਵਲ ਆਪਣਾ ਸੁੱਖ ਐਰਾ ਵਗੈਰਾ, ਫਾਲਤੂ, ਬਹੁਤ ਲੋ ਲੈਵਲ ਦਾ ਜੀਵਨ, ਇੱਕ ਜਾਨਵਰ ਲੈਵਲ ਦਾ ਜੀਵਨ, ਉੱਥੇ ਘੜੀ ਜਾਂਦੀ ਹੈ। ਉੱਪਰ ਤੁਹਾਨੂੰ ਪਹਿਲਾਂ ਵੀ ਸਮਝਾਇਆ, ਜਿੰਨਾ ਤੁਸੀਂ ਚੇਤਨ ਸੱਤਾ 'ਚ ਆਪਣੇ ਆਪ ਨੂੰ ਰੋਕਿਆ, ਹਰ ਦਿਨ ਤੁਹਾਡੀ ਅੱਖਾਂ ਤੋਂ ਪਰਦੇ ਉਤਰਨੇ ਨੇ। ਜਿੱਦਾਂ ਇੱਕ ਗੰਦਾ ਸ਼ੀਸ਼ਾ ਹੁੰਦਾ ਨਾ, ਮਲੀਨ ਸ਼ੀਸ਼ਾ, ਤੇ ਉਹਨੂੰ ਇੱਕ ਦੋ ਵਾਰੀ ਸਾਫ਼ ਕੀਤਾ ਨਹੀਂ ਸਾਫ਼ ਹੁੰਦਾ, ਉਹਨੂੰ ਬਾਰ-ਬਾਰ ਸਾਫ਼ ਕਰਨਾ ਪੈਂਦਾ। ਨਿਜਰ ਸਾਹਿਬ ਸਹੀ ਆ? ਬਿਲਕੁਲ ਸਹੀ ਆ ਜੀ, ਬਿਲਕੁਲ ਸਹੀ ਆ। ਇਹ ਗੁਣੀ ਇਕੱਠੇ ਕਰਨੇ ਆ। ਗੁਣੀ ਜਿਹੜੇ ਹੈਗੇ ਆਹੀ ਪੜਦੇ ਹੈਗੇ, ਅਵਗੁਣਾਂ ਦੇ ਪੜਦੇ ਆ, ਗੁਣ ਇਕੱਠੇ ਕਰਨੇ ਆ। ਔਰ ਜੀਵਨ ਦੇ ਵਿੱਚ ਇਹ ਗੁਣ ਪਏ ਹੋਏ ਆ ਆਪਣੇ ਜੀਵਨ ਦੇ ਵਿੱਚ, ਅੰਦਰ ਆਪਣੇ ਸਾਰਾ ਦੋਨੋਂ ਕੰਬੀਨੇਸ਼ਨ ਹੈਗਾ। ਇਹ ਧਿਆਨ ਸਿਮਰਨ ਦੇ ਦੁਆਰਾ ਜਿਹੜੇ ਗੁਣ ਜਿਹੜੇ ਪ੍ਰਗਟ ਹੋ ਜਾਂਦੇ ਆ। ਇਹ ਕੀਮਤੀ ਹੀਰੇ ਮੋਤੀ ਹੈਗੇ ਆ। ਇਹਨਾਂ ਨੂੰ ਆਪਾਂ ਕੀ ਕਰਦੇ ਆ? ਜੀਵਨ ਗੁਜ਼ਾਰ ਦਿੰਨੇ ਆ ਜਿਵੇਂ ਕੋਈ ਨਾ ਬੂਟ ਪਾ ਕੇ ਜਿਹੜਾ ਹੈਗਾ ਹੀਰੇ ਮੋਤੀਆਂ ਦੇ ਉੱਤੋਂ ਦੀ ਲੰਘ ਜਾਂਦੇ ਆ ਆਪਾਂ। ਬਸ ਆਹੀ ਕੁਛ ਹੈਗਾ ਸਾਰਾ। ਹਾਂਜੀ ਵੀਰ। ਆਹ ਤੇ ਕਬੀਰ ਸਾਹਿਬ ਕਹਿੰਦੇ ਆ ਕਿ ਭਾਵੇਂ ਤੂੰ ਰਾਜਾ ਵਾ ਕੋਈ, ਉਹ ਕਹਿੰਦੇ ਉਹ ਬੰਦਾ ਕੋਈ ਚੰਗਾ ਥੋੜੀ ਜੀਵਨ ਬਤੀਤ ਕਰ ਰਿਹਾ। ਉਹ ਕਹਿੰਦੇ ਉਹ ਤੇ ਬਹੁਤ ਗਲਤ ਆ। ਆਪ ਜਸਟ ਸੋਚੋ, ਇੱਕ ਮੱਛੀ ਆ, ਤੁਸੀਂ ਲਾਗੇ ਬੈਠੇ, ਤੁਸੀਂ ਵੀ ਇੱਕ ਮੱਛੀ ਆ। ਉਹਨੇ 5-6 ਗੰਡੋਏ ਖਾ ਲਏ ਆ, ਜਿਹਦੇ ਗੰਡੋਇਆਂ ਦੇ ਵਿੱਚ ਹੁੱਕਾਂ ਵਾ। ਆਪ ਕੀ ਕਹੋਗੇ? ਬੜੀ ਵਧੀਆ ਮੱਛੀ ਆ, ਵਾਹ ਵੀ ਵਾਹ, ਬੜਾ ਕਮਾਲ ਆ, ਗੰਡੋਏ ਖਾ ਗਈ। ਨਹੀਂ, ਤੁਸੀਂ ਕਹੋਗੇ ਇਹ ਬੇਵਕੂਫ ਹੈ। ਇਹੋ ਹਿਸਾਬ ਕਬੀਰ ਸਾਹਿਬ ਕਹਿੰਦੇ ਕਿ ਇਹ ਜਿਹੜੇ ਪਦਾਰਥਾਂ 'ਚ ਡੁੱਬ ਗਏ ਨੇ, ਜਿਨ੍ਹਾਂ ਨੇ ਆਪਣਾ ਜੀਵਨ ਗਰਕ ਕਰ ਲਿਆ, ਜਿਨ੍ਹਾਂ ਨੇ ਆਪਣਾ ਜੀਵਨ ਵੇਸਟ ਕਰ ਲਿਆ, ਇੱਕ ਐਸੀ ਘੜੀ ਸੀ ਜਿੱਥੇ ਕੁਝ ਕੀਤਾ ਜਾ ਸਕਦਾ ਸੀ। ਇਹਨਾਂ ਧਿਆਨ ਹੀ ਨਹੀਂ ਦਿੱਤਾ। ਗ੍ਰੰਥਾਂ 'ਚ ਕੀ ਲਿਖਿਆ? ਕੇਵਲ ਗ੍ਰੰਥਾਂ ਦੇ ਅੱਗੇ ਮੱਥਾ ਟੇਕਣ ਤੱਕ ਗੱਲ ਰਹਿ ਗਈ। ਤੇ ਬਾਣੀ ਫਿਰ ਕਹਿੰਦੀ, ਹਮ ਦੇਖੇ ਤੇ ਡੁੱਬੇ ਹਾਲੇ, ਡੁੱਬ ਜਾਂਦੇ ਵਿੱਚ ਭਵ ਸਾਗਰ। ਔਰ ਇੱਕ ਨਹੀਂ, ਪੂਰਾ ਦੇ ਪੂਰ। ਤੋ ਇਹ ਚੀਜ਼ ਸਮਝੀਏ ਆਪਾਂ। ਠੀਕ ਹੈ ਜੀ, ਅੱਗੇ ਚਲੀ ਨਜ਼ਰ ਸਾਹਿਬ। ਔਰ ਜਿੰਨੀ ਵੀ ਆਪਾਂ ਸਾਧਨਾ ਕਰਾ ਰਹੇ ਹਾਂ, ਇੱਥੇ ਕਿਸੇ ਬਾਬੇ ਨੂੰ, ਕਿਸੇ ਬੁੱਢੀ ਨੂੰ, ਕਿਸੇ ਬੰਦੇ ਨੂੰ ਨਹੀਂ ਜੋ ਮਿਲਣਾ। ਕੇਵਲ ਨਿਰਵਿਚਾਰ ਹੋ ਕੇ ਆਤਮਾ ਤੱਤ ਤੇ ਸਥਿਰ ਹੋਣਾ। ਬਸ ਤੁਸੀਂ 5-6 ਮਹੀਨੇ ਹੋ ਕੇ ਵੇਖ ਲਓ। ਉਸ ਤੋਂ ਬਾਅਦ ਤੁਹਾਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ। ਤੁਹਾਡਾ ਗਿਆਨ ਪ੍ਰਗਟ ਹੋ ਜਾਣਾ। ਤੁਹਾਡੇ ਅੰਦਰੋਂ ਗਿਆਨ ਚਾਹੀਦਾ ਹੈ। ਬਾਹਰਲੇ ਗਿਆਨ ਦੇ ਨਾਲ ਤੁਹਾਡਾ ਜੀਵਨ ਉੱਚਾ ਨਹੀਂ ਹੋ ਸਕਦਾ। ਗਿਆਨ ਦਾ ਮਤਲਬ ਹੈਗਾ ਗੁਣ। ਹਾਂ, ਅੰਦਰ ਤੁਹਾਡੇ ਅੰਦਰ ਚੰਗਿਆਈ ਪੈਦਾ ਹੋਵੇ। ਹਾਂ, ਔਰ ਉਹ ਚੰਗਿਆਈ ਜਿਹੜੀ ਆ, ਜਿੰਨਾ ਚਿਰ ਤੱਕ ਤੁਸੀਂ ਆਤਮਾ ਤੱਤ 'ਚ ਨਹੀਂ ਸਥਿਰ ਹੁੰਦੇ, ਉਹਨਾਂ ਚਿਰ ਤੱਕ ਤੁਹਾਨੂੰ ਜੀਵਨ ਦਾ ਪਤਾ ਵੀ ਨਹੀਂ ਲੱਗਣਾ। ਬਿਲਕੁਲ, ਤੁਹਾਨੂੰ ਨਹੀਂ ਪਤਾ ਲੱਗਣਾ ਕੀ ਸਹੀ ਕੀ ਗਲਤ ਹੈ, ਕਿਉਂਕਿ ਹਜੇ ਤੇ ਬੁੱਧੀ ਦੇ ਵਿੱਚ ਹੋਰ ਹੀ ਕੁਝ ਬੜਾ ਤੁਰਿਆ ਫਿਰਦਾ। ਜਦੋਂ ਜਾਲੀ ਸਾਫ਼ ਹੋ ਜਾਊਗੀ ਤੇ ਫਿਰ ਰੇਤਾ ਨੇ ਆਪੇ ਸਾਫ਼ ਕਰ ਦੇਣੀ, ਕੰਕੜ ਕੜਕੜ ਬਾਹਰ ਸੁੱਟ ਦੇਣੇ। ਠੀਕ ਹੈ ਨਜ਼ਰ ਸਾਹਿਬ? ਬਿਲਕੁਲ। ਹਾਲੇ ਤਾਂ ਇਹ ਮਾਦਾ ਜਿਹੜਾ ਹੈਗਾ, ਮੈਟਰ ਜਿਹੜਾ ਹੈਗਾ, ਪਦਾਰਥ ਜਿਹੜੇ ਹੈਗੇ, ਇਹਦੀ ਕੁਬੁੱਧੀ ਹੈਗੀ ਆਪਣੇ ਕੋਲ। ਬੁੱਧੀ ਦੇ ਵਿੱਚ ਕੁਬੁੱਧੀ ਪਈ ਹੋਈ ਹੈ। ਹਾਂਜੀ ਹਾਂਜੀ, ਠੀਕ ਹੈ ਨਜ਼ਰ ਸਾਹਿਬ, ਅੱਗੇ ਚੱਲੀਏ। ਕਬੀਰ ਜੀ ਇਹੀ ਗੱਲ ਕਹਿ ਰਹੇ ਆ। ਕਬੀਰ ਮੋਤੀ ਬੀਥਰੇ, ਨਹੀਂ ਸੌਰੀ, ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ। ਕਹਿੰਦੇ ਕਮਾਲ ਦੀ ਗੱਲ ਹੋਈ ਪਈ ਆ। ਇਸ ਇਨਸਾਨ ਦੇ ਅੰਦਰ ਜਿਹੜਾ ਹੈਗੇ
ਮੋਤੀ ਪਏ, ਹੀਰੇ ਮੋਤੀ ਪਏ, ਇੰਨੇ ਗੁਣ ਪਏ ਹੋਏ ਆ ਇਹਦੇ ਅੰਦਰ। ਇਹ ਬਿਲਕੁਲ ਅੰਨਿਆਂ ਵਾਂਗੂ ਹੈਗਾ, ਅੱਖਾਂ ਵੀ ਹੈਗੀ, ਕੰਨ ਵੀ ਹੈਗੇ, ਸਾਰਾ ਕੁਝ ਹੈਗਾ ਇਹਦੇ, ਫਿਰ ਵੀ ਜਿਹੜਾ ਹੈਗਾ ਨਹੀਂ ਲੈ ਰਿਹਾ ਭਾਈ। ਇਹ ਗਿਆਨ ਰੂਪੀ ਮੋਤੀ ਇਹ ਲੈ ਹੀ ਨਹੀਂ ਰਿਹਾ, ਇਹ ਗੁਣ ਜਿਹੜੇ ਹੈਗੇ ਗੁਣ ਲੈ ਹੀ ਨਹੀਂ ਰਿਹਾ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਕਹਿੰਦਾ ਐਸਾ ਅੰਨਾ ਜਿਹੜਾ ਹੈਗਾ, ਇਹ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਆ ਰਿਹਾ, ਬਿਲਕੁਲ ਜਿਹੜਾ ਹੈਗਾ ਅੱਖਾਂ ਖੋਲਦਾ ਹੀ ਨਹੀਂ ਹੈਗਾ, ਇਹ ਗਿਆਨ ਲੈਂਦਾ ਵੀ ਨਹੀਂ ਹੈਗਾ ਵੀ ਸੱਚ ਕੀ ਹੈ ਝੂਠ ਕੀ ਹੈਗਾ, ਤੇ ਨਾ ਹੀ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੀ ਮੱਤ ਲੈਂਦਾ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ, ਕਹਿੰਦੇ ਬਗੈਰ ਬ੍ਰਹਮ ਗਿਆਨ ਦੇ ਆਇਆ ਜੋਤ। ਇਹ ਜੋਤ ਕੋਈ ਪ੍ਰਕਾਸ਼ ਨਹੀਂ ਹੈਗਾ ਵੀ ਸਾਨੂੰ ਆਹ ਪ੍ਰਕਾਸ਼ ਦਿਸ ਰਿਹਾ ਤੇ ਇੱਥੇ ਇਸ ਤਰ੍ਹਾਂ ਹੋ ਰਿਹਾ ਜੀ, ਆਹ ਹੋ ਗਿਆ ਜੀ, ਇੰਨਾ ਹੋ ਗਿਆ। ਨੱਕ ਦੇ ਵੱਲ ਧਿਆਨ ਕਰ ਲਓ ਜੀ, ਇੱਥੇ ਤੁਹਾਨੂੰ ਇਹ ਕਿਹੜਾ ਨੱਕ ਦਿਖ ਰਿਹਾ, ਲੈਫਟ ਕੇ ਰਾਈਟ ਦਿਸ ਰਿਹਾ, ਪਤਾ ਨਹੀਂ ਕੀ ਕੁਛ ਪਾਏ ਜਾਂਦੇ ਉਹ ਜਿਹੜੇ ਅਮਰਪਾਲ, ਪਤਾ ਨਹੀਂ ਕਨਫਿਊਜ਼ ਕਰਨਾ ਕਿਉਂ ਚਾਹੁੰਦੇ ਹੋ। ਜੋਤ ਬਿਨਾ ਜਗਦੀਸ਼ ਕੀ, ਜੋਤ ਹੈਗੀ ਗੁਣ ਪਿਆਰਿਓ, ਜੋਤ ਹੈਗੀ ਗੁਣ। ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ, ਜਗਤ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਮੋਤੀ ਲੈਂਦਾ ਹੀ ਨਹੀਂ ਹੈ, ਗੁਣ ਇਕੱਠੇ ਹੀ ਨਹੀਂ ਕਰਦੇ, ਬਸ ਗਿਆਨ ਹੈ ਹੀ ਨਹੀਂ ਆ। ਗਿਆਨ ਮਿਲ ਜਾਏ ਤੇ ਆ ਮੋਤੀ ਨਜ਼ਰ ਆ ਜਾਣ, ਮੋਤੀ ਨਜ਼ਰ ਆ ਜਾਣ ਤੇ ਆਪਾਂ ਲੈ ਲਈਏ, ਉਹਨਾਂ ਨੂੰ ਯੂਜ਼ ਕਰ ਲਈਏ। ਕਹਿੰਦੇ ਜਗਤ ਸਾਰਾ ਦਾ ਸਾਰਾ ਸੰਸਾਰ ਜਿਹੜਾ ਹੈਗਾ ਉਹ ਜਿਹੜਾ ਹੈ ਇਹਨਾਂ ਨੂੰ ਟੱਪ ਕੇ ਨੰਗੀ ਜਾ ਰਿਹਾ ਹੈ ਭਾਈ। ਹਾਂਜੀ ਵੀਰ ਜੀ। ਹਾਂ ਸਾਧ ਸੰਗਤ ਜੀ, ਇੱਥੇ ਮੋਤੀ ਦਾ ਮਤਲਬ ਹੈਗਾ ਸੱਚ। ਜਿਹੜਾ ਬੰਦਾ ਸੱਚ ਨੂੰ ਛੱਡ ਕੇ ਝੂਠ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਸਮਝ ਲਓ ਕਿ ਮੋਤੀ ਛੱਡ ਰਿਹਾ। ਹੋਰ ਸੱਚ ਨੂੰ ਜਾਣਨ ਦਾ ਕੋਈ ਵੀ ਤਰੀਕਾ ਨਹੀਂ ਹੈ। ਜੋ ਵੀ ਕਰਨਾ ਹੈ ਉਹ ਤੁਹਾਡੇ ਜੀਵਨ 'ਚ, ਜੇਕਰ ਸਾਡਾ ਜੀਵਨ ਸੱਚ ਦੇ ਵੱਲ ਆ ਤੇ ਅਸੀਂ ਮੁਕਤ ਹਾਂ, ਤੇ ਜੇਕਰ ਤੁਸੀਂ ਨਜ਼ਰ ਮਾਰ ਲਓ ਤੁਹਾਡੇ ਜੀਵਨ 'ਚ ਝੂਠ ਆ, ਫਰੇਬ ਆ, ਧੋਖਾਧੜੀ ਆ, ਬੇਈਮਾਨੀ ਆ, ਆਪ ਸਮਝ ਲਓ ਕਿ ਆਪ ਕਿੱਧਰ ਜਾ ਰਹੇ ਜੋ, ਉਹ 'ਚ ਕਹਿਣ ਦੀ ਤੇ ਲੋੜ ਕੋਈ ਨਹੀਂ। ਦੇਖੋ ਸੱਚ ਤੇ ਚੱਲਣਾ, ਸੱਚ ਦੇ ਵਿੱਚ ਰਹਿਣਾ ਹੀ ਜੀਵਨ ਦੇ ਵਿੱਚ ਸਭ ਤੋਂ ਉਚਾਈ ਵਾਲੀ ਗੱਲ ਹੈ। ਪਹਿਲੀ ਗੱਲ ਹੈ ਕਿ ਇਹ ਸਾਡੇ ਜੀਵਨ ਦੀ ਸਭ ਤੋਂ ਵੱਡੀ ਗੱਲ ਹੈ। ਹੁਣ ਦੂਜੀ ਗੱਲ ਹੈ ਕਿ ਪ੍ਰਮਾਤਮਾ ਨਾ ਕਰੇ ਕੋਈ ਵਿਧੀ ਵਿਧਾਨ ਤੇ ਆ, ਕੋਈ ਕਾਰਨ ਸਰੀਰ ਦੀ ਪਾਵਰ ਆ, ਅਸੀਂ ਸੱਚ ਤੇ ਚਾਹ ਕੇ ਵੀ ਨਹੀਂ ਚੱਲ ਪਾਉਂਦੇ। ਦੇਖਿਆ ਨਹੀਂ ਕਈ ਬੰਦੇ ਮਜਬੂਰ ਹੋ ਜਾਂਦੇ। ਜਿੱਦਾਂ ਇੱਕ ਬੰਦਾ ਨਸ਼ਾ ਕਰਦਾ ਹੈ, ਉਹਨੂੰ ਪਤਾ ਵਾ ਕਿ ਮੈਂ ਨਸ਼ਟ ਹੋ ਰਿਹਾ, ਹਰ ਦਿਨ ਮੇਰੀ ਕਿਡਨੀ, ਮੇਰਾ ਸਰੀਰ, ਮੇਰੇ ਅੰਦਰ ਦੀਆਂ ਜਿਹੜੀ ਮਸ਼ੀਨ ਹੈ ਉਹ ਡੈਮੇਜ ਹੋ ਰਹੀ ਹੈ, ਪਰ ਨਹੀਂ ਪਤਾ ਲੱਗਦਾ ਉਹਨੂੰ ਵਿਚਾਰੇ ਨੂੰ, ਮਜਬੂਰ ਹੈ ਉਹ, ਉਹਦੇ ਅੰਦਰ ਏਦਾਂ ਦਾ ਬ੍ਰੇਨ ਬਣ ਗਿਆ ਉਹਦੇ ਅੰਦਰ ਤੇ ਉਹਨੂੰ ਵਿਚਾਰੇ ਨੂੰ ਧੋਈ ਫਿਰਦਾ। ਹੁਣ ਉਹਦੇ ਵੱਸ ਦੀ ਗੱਲ ਨਹੀਂ। ਇਸੇ ਹੀ ਤਰ੍ਹਾਂ ਕਹਿੰਦੇ ਆ ਭਗਤੀ ਤੈਨੂੰ ਇੱਕ ਐਸਾ ਤੈਨੂੰ ਬਲ ਦੇਵੇਗੀ, ਤੂੰ ਬੜੀ ਆਸਾਨੀ ਦੇ ਨਾਲ ਇਹਨਾਂ ਔਗਣਾਂ ਦੀ ਜਿਹੜੀ ਖਿੱਚ ਆ ਨਾ, ਇਸ ਤੋਂ ਮੁਕਤ ਹੋ ਜਾਏਗਾ। ਨਿੱਜਾ ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਹੈ। ਗੁਣ ਆ ਗਏ ਤੇ ਔਗੁਣ ਤਾਂ ਆਪੇ ਚਲੇ ਜਾਣੇ ਆ, ਬਸ ਉਜਾਲਾ ਚਾਹੀਦਾ, ਹਨੇਰਾ ਤਾਂ ਆਟੋਮੈਟਿਕਲੀ ਛੂ ਮੰਤਰ ਹੋ ਜਾਂਦਾ। ਹਾਂ, ਤੇ ਜਦੋਂ ਤੂੰ ਸੱਚ ਤੇ ਚੱਲਣਾ ਸ਼ੁਰੂ ਕੀਤਾ, ਤੇਰੀ ਆਤਮਾ 'ਚ ਚਾਨਣ ਪੈਦਾ ਹੋ। ਚਾਨਣ ਤੋਂ ਭਾਵ ਹੈ ਕਿ ਨਿਰਵਿਚਾਰ ਅਵਸਥਾ, ਬ੍ਰਹਮ ਦੀ ਅਵਸਥਾ। ਜਦੋਂ ਅਸੀਂ ਬ੍ਰਹਮ ਦੇ ਵਿੱਚ ਇੱਕਮਿਕ ਹੁੰਦੇ ਹਾਂ ਤੇ ਬ੍ਰਹਮ ਦੇ ਸਾਰੇ ਗੁਣ ਬਾਈ ਪ੍ਰੋਡਕਟ ਸਾਡੇ 'ਚ ਆ ਜਾਂਦੇ। ਕੁਛ ਕਰਨ ਦੀ ਲੋੜ ਨਹੀਂ, ਸਾਡੀ ਉੱਥੇ ਮੌਜੂਦਗੀ ਕਾਫੀ ਹੈ। ਪਰਮਾਤਮਾ ਦੇ ਵਿੱਚ ਜਾਣਾ ਇੰਨੀ ਡਿਮਾਂਡ ਹੈ, ਬਸ ਉੱਥੇ ਚੱਲ ਜਾਓ ਤੇ ਆਪਣੀਆਂ ਉੱਥੇ ਮੋਤੀ ਚੁੱਕ ਲਿਆਓ। ਪਰ ਮੋਤੀ ਕਿਸ ਰੂਪ 'ਚ ਤੁਹਾਨੂੰ ਮਿਲਣਗੇ, ਉਹ ਤੁਹਾਡੇ ਜੀਵਨ ਦੇ ਵਿੱਚ ਉਚਾਈ ਲੈ ਕੇ ਆਉਣਗੇ, ਕਾਲਖ ਤੋਂ ਤੁਹਾਨੂੰ ਮੁਕਤ ਕਰਨਗੇ। ਹਾਂਜੀ ਨਜਰ ਸਾਹਿਬ। बूढ़ा बंस कबीर का उपजो पूत कमाल, ਕਹਿੰਦੇ ਕਬੀਰ ਜੀ ਕਹਿੰਦੇ ਆ, ਕਹਿੰਦੇ ਡੁੱਬ ਗਿਆ ਭਾਈ, ਖਾਨਦਾਨ ਹੀ ਡੁੱਬ ਗਿਆ। ਕਹਿੰਦੇ ਵੀ ਐਸਾ ਕਮਾਲ ਦਾ ਪੁੱਤਰ ਪੈਦਾ ਹੋ ਗਿਆ। ਕਿਹੋ ਜਿਹਾ ਪੁੱਤਰ ਪੈਦਾ ਹੋ ਗਿਆ? ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਬਸ ਆਹ ਯਾਤਰਾ ਉਹਨੇ ਕੀਤੀ ਹੈ ਜੀਵਨ ਦੇ ਵਿੱਚ, ਆਹ ਸਟਾਰਟਿੰਗ ਉਹਨੇ ਪਹਿਲਾਂ ਹੀ ਕਹਿੰਦੇ ਮੈਨੂੰ ਰੱਬ ਨਹੀਂ ਚਾਹੀਦਾ ਭਾਈ, ਮੈਨੂੰ ਤਾਂ ਦੁਨੀਆ ਦੇ ਪਦਾਰਥ, ਦੁਨੀਆ ਦੇ ਸਵਾਦ, ਦੁਨੀਆ ਦੇ ਰਸਕਸ ਚਾਹੀਦੇ। ਕਬੀਰ ਜੀ ਤੇ ਕਹਿੰਦੇ ਆ ਇਹੋ ਜਿਹਾ ਜਿਹੜਾ ਹੈਗਾ ਪੁੱਤ ਜਿਹੜਾ ਹੈਗਾ, ਇਹੋ ਜਿਹਾ ਮਨ ਜਿਹੜਾ ਹੈਗਾ ਇਸ ਸਰੀਰ ਦੇ ਵਿੱਚ ਹੈਗਾ ਭਾਈ, ਆਪਣੇ ਕਮਾਲ ਦਾ ਪੁੱਤ ਹੈਗਾ ਇਹ ਭਾਈ। ਬਿਲਕੁਲ ਕਹਿੰਦਾ ਮੈਨੂੰ ਤਾਂ
ਓਹੋ ਰੁਪਿੰਦਰ ਜੀ, ਰੁਪਿੰਦਰ ਜੀ ਕੀ ਕਰਤਾ ਤੁਸੀਂ ਜੀ? ਰੁਪਿੰਦਰ ਜੀ ਮਾਈਕ ਬੰਦ ਕਰ ਦਿਓ ਰੁਪਿੰਦਰ ਜੀ। ਓਹੋ ਹੋ ਇੱਕ ਸੈਕਿੰਡ ਜੀ, ਖੋਲਿਆ ਕਿਵੇਂ ਇਹਨਾਂ ਨੇ ਪਤਾ ਨਹੀਂ। ਰੁਪਿੰਦਰ ਜੀ ਹਾਂਜੀ ਥੈਂਕ ਯੂ। ਇਹ ਰਿਕਾਰਡਿੰਗ ਸੁਣ ਲੈਣਾ ਰੁਪਿੰਦਰ ਜੀ, ਤੁਹਾਡੀ ਜਿਹੜੀ ਡਿਸਟਰਬੈਂਸ ਪਤਾ ਲੱਗ ਜਾਏਗੀ प्लीज। बूढ़ा बंस कबीर का उपजियो पूत कमाल, हर का सिमरन छाड़ के ਹਾਂਜੀ ਨਿੱਜਰ ਸਾਹਿਬ। हाँ जी, बूढ़ा बंस कबीर, अच्छा माफ़ करना जी, मैं अपना मेरा ही माइक बंद हो गया सी। बूढ़ा बंस कबीर का उपजियो पूत कमाल, हर का सिमरन छाड़ के घर ले आया माल। ਕਹਿੰਦੇ ਕਬੀਰ ਜੀ ਦਾ ਵੰਸ਼ ਜਿਹੜਾ ਹੈਗਾ, ਕਬੀਰ ਜੀ ਦਾ ਵੰਸ਼ ਥੋੜੀ ਨਾ ਕਹਿ ਰਹੇ, ਕਬੀਰ ਜੀ ਤਾਂ ਜਿਹੜੇ ਹੈਗੇ ਉਹਨਾਂ ਦਾ ਵੰਸ਼, ਉਹ ਤਾਂ ਹਾਲੇ ਤੱਕ ਜਿਹੜਾ ਹੈਗਾ ਉਹਦੀ ਸੋਭਾ ਹੋ ਰਹੀ ਹੈ ਭਾਈ। ਕਹਿੰਦੇ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ, ਜਿਹੜਾ ਵੀ ਇਨਸਾਨ ਮਾਇਆ ਨੂੰ ਪ੍ਰੀਫਰੈਂਸ ਦਿੰਦਾ ਹੈ ਉਹਦਾ ਵੰਸ਼ ਡੁੱਬ ਜਾਣਾ ਹੈ। ਉਹਦਾ ਇਹ ਜੋ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਜੋ ਸਰੀਰ, ਜੋ ਵੀ ਆ ਇਹ ਹੈਗਾ, ਇਹਦਾ ਕੋਈ ਉਪਯੋਗ ਹੀ ਨਹੀਂ ਹੋਣਾ। ਔਰ ਨਾ ਹੀ ਜਿਹੜਾ ਉਹਦੇ ਖਾਨਦਾਨ ਦੇ ਵਿੱਚ ਜਿਹੜਾ ਹੈਗਾ ਉਹਦਾ ਨਾਮ ਕਿਤੇ ਲੈਣਾ ਦੁਨੀਆ ਦੇ ਵਿੱਚ। ਡੁੱਬ ਗਿਆ ਭਾਈ ਉਹ ਤਾਂ। ਉਪਜਿਓ ਪੂਤ ਕਮਾਲ, ਕਮਾਲ ਦਾ ਮਤਲਬ ਇਹ ਆ ਵੀ ਵਿਅੰਗ ਕਰ ਰਿਹਾ ਕਿ ਵਾਹ ਬਈ ਵਾਹ, ਦੇਖੋ ਕਿਹੋ ਜਿਹਾ ਜਿਹੜਾ ਹੈਗਾ ਬੰਦਾ ਪੈਦਾ ਹੋਇਆ। ਬਿਲਕੁਲ ਕਹਿੰਦੇ ਘਾਟੇ ਦਾ ਸੌਦਾ ਕਰ ਰਿਹਾ ਹੈ, 100% ਘਾਟੇ ਦਾ ਸੌਦਾ ਕਰ ਰਿਹਾ ਪਰਮਾਤਮਾ ਨੂੰ ਛੱਡ ਕੇ। ਔਰ ਉਹ ਜਿਹੜਾ ਹੈਗਾ ਮਾਇਆ ਜਿਹੜੀ ਨਾਲ ਨਹੀਂ ਜਾਣ ਵਾਲੀ, ਉਹਨੂੰ ਉਹਨੇ ਪ੍ਰੀਫਰੈਂਸ ਦੇ ਦਿੱਤੀ। ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਸਿਮਰਨ ਛੱਡ ਦਿੱਤਾ, ਕਹਿੰਦੇ ਨਹੀਂ ਚਾਹੀਦਾ ਪਾਏ, ਮਾਲਕ ਨਹੀਂ ਚਾਹੀਦਾ, ਮੈਨੂੰ ਆ ਪਦਾਰਥ ਚਾਹੀਦੇ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਕਬੀਰ ਸਾਹਿਬ ਦੇ ਦਾ ਜਿਹੜਾ ਲੜਕਾ ਸੀ ਉਹਦਾ ਨਾਂ ਵੀ ਤੇ ਕਮਾਲ ਤੇ ਨਹੀਂ ਸੀ? ਨਹੀਂ ਵੀਰ ਜੀ, ਇਹ ਤਾਂ ਇਹ ਬਣਾਈ ਹੋਈ ਆ ਵੀਰ ਜੀ ਇਹਨਾਂ ਨੇ। ਉਹ ਕਬੀਰ ਜੀ ਦਾ ਲੜਕਾ ਤਾਂ ਜਿਹੜਾ ਹੈਗਾ ਉਹ ਤਾਂ ਬਿਲਕੁਲ ਕਬੀਰ ਜੀ ਦੇ ਜਿਹੜੇ ਹੈਗੇ ਉਹਨਾਂ ਦੇ ਪੂਰਨਿਆਂ ਤੇ ਚੱਲਦਾ ਸੀਗਾ ਵੀਰ ਜੀ। ਨਹੀਂ ਚਲੋ ਮੰਨ ਲਓ ਕੀ ਚੱਲਦਾ ਹੀ, ਪਰ ਉਹਨਾਂ ਦਾ ਮੁੰਡੇ ਦਾ ਨਾਂ ਵੀ ਕਮਾਲ ਤੇ ਨਹੀਂ ਕਿਤੇ? ਹੋ ਸਕਦਾ ਵੀਰ ਜੀ, ਕਹਿ ਨਹੀਂ ਹੋਏ। ਕਹਿੰਦੇ ਇਹ ਜੇ ਕਹਾਣੀਆਂ ਤਾਂ ਬਣਾਈਆਂ ਹੋਈਆਂ ਵੀਰ ਜੀ, ਕਹਾਣੀਆਂ ਤਾਂ ਬਣਾਈਆਂ। ਠੀਕ ਹੈ। ਨਹੀਂ ਮੈਂ ਕਹਾਣੀਆਂ ਦੀ ਨਹੀਂ ਮੈਂ ਗੱਲ ਕਰਦਾ, ਇੱਕ ਕਮਾਲ ਸੀ ਉਹਨਾਂ ਦੇ ਲੜਕੇ ਦਾ ਨਾਂ। ਠੀਕ ਹੈ ਜੀ, ਕੋਈ ਗੱਲ ਅਤੇ ਬਟ ਲੜਕੇ ਦਾ ਨਾਂ ਕਮਾਲ ਹੀ ਨਾ ਕਿਤੇ? ਕਮਾਲੂ ਕਹਿੰਦੇ ਕਮਾਲ, ਲੜਕੀ ਦਾ ਨਾਮ ਕਮਾਲੀ, ਲੜਕੀ ਦਾ ਨਾਮ ਕਮਾਲੂ। ਅਤੇ ਲੜਕੇ ਦਾ ਨਾਂ ਕਮਾਲ ਤੇ ਨਹੀਂ ਸੀ? ਹਾਂਜੀ ਕਮਾਲ ਹੀ ਆਂਦਾ ਇਤਿਹਾਸ ਵਿੱਚ ਤਾਂ। ਹਾਂ ਮੇਰੇ ਹਿਸਾਬ ਨਾਲ ਕਮਾਲ ਹੀ ਹੈ। ਚਲੋ ਠੀਕ ਹੈ ਨਿੱਜਰ ਸਾਹਿਬ, ਮੈਂ ਜਸਟ ਮੇਰੇ ਮਨ ਚ ਆਇਆ ਸੀ, ਮੈਂ ਸੁਣਿਆ। ਹਾਂਜੀ ਵੀਰ ਜੀ, ਕਮਾਲ ਹੀ ਹੈਗਾ। ਮੈਂ ਆਪਣੀ ਬੁੱਕ ਦੇ ਵਿੱਚ ਪੜ੍ਹਿਆ ਹੋਇਆ ਜਦੋਂ ਮੈਂ ਪੜ੍ਹਦੀ ਸੀਗੀ। ਕਮਾਲ ਹੀ ਹੈ ਮੇਰੇ ਹਿਸਾਬ ਨਾਲ, ਮੈਨੂੰ ਕਨਫਿਊਜ਼ਨ ਸੀ। ਠੀਕ ਹੈ ਜੀ। ਕਮਾਲ ਕਹਿੰਦੇ ਕਮਾਲ ਜਿਹੜਾ ਨਾ ਗੁਰਕੀ ਸਾਹਿਬ, ਇਹਦੇ ਵਿੱਚ ਜਿਹੜਾ ਹੈਗਾ ਕਮਾਲ ਨੂੰ ਔਂਕੜ ਲੱਗੀ ਹੋਈ ਆ। ਕਮਾਲ ਦਾ ਮਤਲਬ ਜਿਹੜਾ ਹੈਗਾ ਉਹ ਕਹਿੰਦੇ ਆ ਭਾਈ, ਇਹ ਜਿਹੜਾ ਵਿਅੰਗ ਕਰ ਰਹੇ ਆ ਕਬੀਰ ਜੀ ਕਿ ਕਹਿੰਦੇ ਇਹੋ ਜਿਹਾ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਕਿਸੇ ਵੀ ਖਾਨਦਾਨ 'ਚ ਪੁੱਤ ਪੈਦਾ ਹੋ ਸਕਦਾ ਹੈ ਇਹੋ ਜਿਹਾ ਜਿਹੜਾ। ਔਰ ਦੁਨੀਆ ਦੇ ਵਿੱਚ ਸਾਰੇ ਹੈ ਹੀ ਇਸ ਤਰ੍ਹਾਂ ਦੀ, ਆਪਾਂ ਸਾਰੇ ਜਿਹੜੇ ਹੈਗੇ ਇਹ ਕਮਾਲ ਹੀ ਹੈਗੇ ਆ। ਸਿਮਰਨ ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ, ਆਹੀ ਕਮਾਲ ਦੀ ਗੱਲ ਹੋ ਰਹੀ ਹੈ। ਹਾਂਜੀ ਵੀਰ ਜੀ। ठीक है जी, ठीक है, आप बिल्कुल ठीक है। ठीक है कि बूढ़ा बंस कबीर का उपजो मूत कमाल, हर का सिमरन छड़ के कर ले आया माल। ਡੁੱਬ ਗਿਆ ਨਾ ਬੰਸ ਕਬੀਰ ਜੀ ਦਾ, ਕਹਿੰਦੇ ਉਹ ਬੰਸ ਡੁੱਬ ਗਿਆ। ਹੁਣ ਕਬੀਰ ਜੀ ਦਾ ਬੰਸ ਥੋੜੀ ਨਾ ਡੁੱਬਿਆ ਸੀਗਾ। ਜੇ ਆਪਾਂ ਚਲੋ ਕਮਾਲ ਕਬੀਰ ਜੀ ਦੇ ਪੁੱਤ ਤੇ ਲਾ ਦੋ ਤੇ ਕਬੀਰ ਜੀ ਦਾ ਬੰਸ ਡੁੱਬ ਗਿਆ ਸੀ। ਮੈਨੂੰ ਨਹੀਂ ਪਤਾ, ਚਲੋ ਕਨਫਿਊਜ਼ਨ ਕ੍ਰੀਏਟ ਹੋ ਗਈ। ਪਰ ਠੀਕ ਹੈ ਜੀ, ਮੈਂ ਨਹੀਂ ਕਹਿੰਦਾ। ਉਹ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣੇ ਬੱਚਿਆਂ ਦੇ ਬਾਰੇ ਇੱਕ ਜ਼ਿਕਰ ਕੀਤਾ, ਉਹਨਾਂ ਨੇ ਦੱਸਿਆ ਕਿ ਆਗਿਆ ਨਹੀਂ ਮੰਨੇਗੇ। ਬਾਣੀ ਚ ਆਉਂਦਾ ਉਹਨਾਂ ਦੇ ਨਿੱਜਰ ਸਾਹਿਬ ਕਿ ਨਹੀਂ? ਨਹੀਂ ਵੀਰ ਜੀ, ਨਾ ਹੈ ਨਾ, ਪਤਾ ਨਹੀਂ ਕੀ ਹੈ, ਇਤਿਹਾਸਕਾਰਾਂ ਨੇ ਲਿਖਿਆ ਜਾਂ ਕੁਝ ਇਤਿਹਾਸ ਚ ਆ ਸਕਦਾ ਹੈ ਵੀਰ ਜੀ। ਇਤਿਹਾਸ ਦੇ ਵਿੱਚ ਸਾਖੀਆਂ ਦੇ ਵਿੱਚ ਬਹੁਤ ਕੁਝ ਆ ਸਕਦਾ ਹੈ, ਪਰ ਬਾਣੀ ਦੇ ਕਸੌਟੀ ਦੇ ਉੱਤੇ ਆਪਾਂ ਚੱਲੀਏ, ਬਾਣੀ ਦੇ ਵਿੱਚ ਨਹੀਂ ਹੈਗਾ ਇਸ ਤਰ੍ਹਾਂ ਦਾ। ਕੋਈ ਇਹਨਾਂ ਨੇ ਲਿਖਿਆ ਨਹੀਂ ਆਪਣੇ ਬੱਚਿਆਂ ਦੇ ਪ੍ਰਤੀ? ਨਾ।
ਅੱਛਾ ਚਲੋ ਠੀਕ ਹੈ। ਹੂੰ। ਸੰਗਤ ਜੀ ਆਪ ਦੇਖੋ, ਜੇ ਕਿਸੇ ਨੇ ਕੋਈ ਧਿਆਨ ਦਿੱਤਾ ਤੇ ਪਲੀਜ਼ ਦੱਸਿਓ। ਮੈਨੂੰ ਲੱਗਦਾ ਮੈਂ ਸੁਣਿਆ। ਚਲੋ ਕੋਈ ਗੱਲ ਨਹੀਂ। ਹੂੰ। ਇੱਥੇ ਉਹ ਕਹਿੰਦੇ ਨੇ ਕਿ ਬੂढ़ा ਬੰਸ਼ ਕਬੀਰ ਕਾ ਉਪਜਿਓ ਪੂਤ ਕਮਾਲ। ਕਹਿੰਦੇ ਕਿ ਬੱਚਾ ਪੈਦਾ ਹੋਇਆ ਜੀ, ਪੁੱਤ ਕਮਾਲ। ਚਲੋ ਆਪਾਂ ਮੰਨਦੇ, ਗੱਲ ਪਕਾਉਂਦੇ ਆ, ਮਾਨੀ ਤੇ ਪੋਤੇ ਇਹ ਸੰਸਾਰ ਦੇ ਵਿੱਚ ਪੈਦਾ ਹੁੰਦਾ। ਕਹਿੰਦੇ ਰੱਬ ਦਾ ਨਾਂ ਛੱਡ ਕੇ ਤੇ ਕੀ ਕਰਦਾ ਹੈ, ਉਹ ਬਾਹਰ ਦਾ ਮਾਲ ਚੁੱਕ ਲਿਆਉਂਦਾ ਹੈ। ਮਾਲ ਏਦਾਂ ਦਾ ਮਾਲ ਜਿਹਦੇ ਉੱਤੇ ਇਹਦਾ ਕੋਈ ਅਧਿਕਾਰ ਨਹੀਂ, ਇਹ ਮਾਇਆ ਦੇ ਮੋਹ 'ਚ ਚਲ ਜਾਂਦਾ। ਔਰ ਮੋਹ ਦੇ ਵਿੱਚ ਵਸ ਪਾ ਕੇ, ਵਿੱਚ ਪੈ ਕੇ ਇਹ ਵਿਚਾਰਦਾ ਨਹੀਂ ਹੈ, ਇਹ ਵਿਵੇਕ ਨਹੀਂ ਦੇਖਦਾ, ਕਿ ਵਿਵੇਕ ਨਾਲ ਵਾਚਦਾ ਨਹੀਂ ਹੈ ਕਿ ਮੈਂ ਮਤਲਬ ਇਹ ਸੰਸਾਰ ਤੇ ਕੀ ਕਰ ਰਿਹਾ, ਮੇਰੇ ਜੀਵਨ ਦੇ ਵਿੱਚ ਜੋ ਵੀ ਮੈਂ ਕਰ ਰਿਹਾ, ਜਿਹੜੀ ਚੀਜ਼ ਮੇਰੀ ਨਹੀਂ ਆ, ਜਾਂ ਇਹ ਰਸ ਕਸ ਹੋ ਗਿਆ, ਜਾਂ ਅਗਿਆਨ ਦੇ ਵਿੱਚ ਜੀਵਨ ਬਤੀਤ ਕਰਨਾ। ਕਹਿਣ ਤੋਂ ਭਾਵ ਪ੍ਰਕਾਸ਼ ਦਾ ਰਸਤਾ ਛੱਡ ਕੇ ਹਨੇਰੇ ਵੱਲ ਤੁਰ ਪੈਣਾ। ਤੇ ਉਹ ਕਹਿੰਦੇ ਆ ਕਿ ਕਿੰਨਾ ਕੁ ਵਧੀਆ, ਉਹ ਚੰਗਾ ਨਹੀਂ ਹੈ। ਆਪ ਦੇਖੋ, ਤੁਸੀਂ ਚਾਨਣ ਨੂੰ ਛੱਡ ਕੇ ਹਨੇਰੇ ਵੱਲ ਤੁਰੇ ਜਾਓ, ਇਹ ਕਿੰਨਾ ਕੁ ਵਧੀਆ ਕੰਮ ਹੈ। ਵੀ ਸਾਨੂੰ ਬੜੇ ਲੋਕੀ ਸਿਹਰੇ ਪਾਉਣਗੇ ਕਿ ਬਹੁਤ ਵਧੀਆ ਜੀ, ਤੁਸੀਂ ਲਾਈਟ ਬੰਦ ਕਰਕੇ ਹਨੇਰੇ 'ਚ ਬਹਿ ਗਏ ਜੋ। ਭਰਮ ਦੇ ਵਿੱਚ ਜੀਵਨ ਬਤੀਤ ਕਰਨਾ, ਅਗਿਆਨ ਦੇ ਵਿੱਚ ਜੀਵਨ ਬਤੀਤ ਕਰਨਾ, ਉਹ ਕੁਝ ਏਦਾਂ ਦਾ ਹੀ ਹੈ। ਠੀਕ ਹੈ ਜੀ ਨੀਚੇ ਸਾਹਿਬ, ਅੱਗੇ ਚਲੀਏ। हाँ, कबीर साधु को मिलने जाइए, साथ ना लीजा कोई। ਕਹਿੰਦੇ ਦੇਖ ਲਾ ਭਾਈ, ਜੇ ਕਿਤੇ ਬ੍ਰਹਮ ਗਿਆਨ ਲੈਣਾ ਹੈਗਾ, ਜੇ ਕਿਤੇ ਸਾਧ ਸੰਗਤ ਕਰਨੀ ਹੈਗੀ ਪਿਆਰਿਆ, ਜੇ ਕਦੀ ਤੇਰੇ ਮਨ ਦੇ ਵਿੱਚ ਆ ਗਿਆ ਨਾ ਇਸ ਤਰ੍ਹਾਂ ਸਾਧ ਸੰਗਤ ਕਰਨ ਦਾ, ਤੇ ਨਾਲ ਸਾਥ ਨਾ ਲੈ ਕੇ ਜਾਈਂ। ਬਈ ਸਾਥ ਦੀ ਉਡੀਕ ਨਾ ਕਰੀ, ਬਈ ਇਹਨੂੰ ਵੀ ਲੈ ਜਾ, ਇਹਨੂੰ ਵੀ ਲੈ ਜਾ, ਇਹਨੂੰ ਵੀ ਲੈ ਜਾ। ਕੀ ਪਤਾ ਜਿਹੜਾ ਹੈਗਾ ਉਹਦੇ ਵਿੱਚੋਂ ਕੋਈ ਜਿਹੜਾ ਹੈਗਾ ਤੈਨੂੰ ਵਾਪਸ ਪਿੱਛੇ ਖਿੱਚ ਲੇ, ਕੋਈ ਹੋਰ ਦੁਨੀਆ ਦੀ ਜਿਹੜੀ ਹੈਗੀ ਗੱਲ ਦੱਸ ਕੇ ਜਿਹੜਾ ਹੈਗਾ ਇਹ ਆਹ ਕੰਮ ਕਰਨਾ ਸੀ, ਦੇਖ ਇੱਥੇ ਇਸ ਤਰ੍ਹਾਂ ਹੋ ਗਿਆ, ਉੱਥੇ ਉਸ ਤਰ੍ਹਾਂ ਹੋ ਗਿਆ। कबीर साधु को मिलने जाइए, साथ ना लीजिए कोई, पाछे पाँव ना दीजिए, आगे होए सो होए। कहते पिछे ना मुड़ी प्यारिया, पिछे ना मुड़ी। देख ਅੱਗੇ ਸਾਧ ਸੰਗਤ ਦੇ ਵਿੱਚ ਜਾਈ, ਉੱਥੇ ਜਾ ਕੇ ਦੇਖ ਜਿਹੜਾ ਹੈਗਾ, ਬੈਕ ਆਊਟ ਨਾ ਕਰੀ ਕਿਤੇ, ਤੈਨੂੰ ਐਸਾ ਨਾ ਮਿਲ ਜੇ ਕਿ ਜਿਹੜਾ ਤੈਨੂੰ ਪਿੱਛੇ ਨੂੰ ਖਿੱਚ ਲੈ, ਸਾਧ ਸੰਗਤ ਤੋਂ ਵਰਜਦਾ ਹੈ ਤੈਨੂੰ। ਹਾਂਜੀ ਵੀਰ ਜੀ। ਠੀਕ ਹੈ ਜੀ। ਹੁਣ ਸਧਾਰਨ ਤੌਰ ਤੇ ਇਨਸਾਨ ਜਿਹੜਾ ਨਾ ਉਹ ਬੜਾ ਧਾਰਮਿਕ ਲੱਗਦਾ ਹੈ, ਬਹੁਤ ਰੱਬ ਤੇ ਵਿਸ਼ਵਾਸ, ਪੂਰੀ ਐਕਟਿੰਗ। ਉਹਨਾਂ ਚਿਰ ਹੀ ਐਕਟਿੰਗ ਹੈ ਜਿੰਨਾ ਚਿਰ ਤੱਕ ਇਹਦਾ ਕੰਮ ਰੋਕ ਗਿਆ। ਜਦੋਂ ਕੁਝ ਚੀਜ਼ਾਂ ਇਹਦੇ ਪੂਰਨੇ, ਕਹਿਣ ਤੋਂ ਭਾਵ ਇਹਦੀ ਇੱਛਾ ਦੇ ਅਨੁਸਾਰ ਨਹੀਂ ਹੁੰਦੀਆਂ, ਤੇ ਇਹਦਾ ਜਿਹੜਾ ਵਿਸ਼ਵਾਸ ਹੈ ਡਾਵਾਂ ਡੋਲਣ ਲੱਗ ਪੈਂਦਾ, ਬਹੁਤਾ ਪੱਕਾ ਵਿਸ਼ਵਾਸ ਨਹੀਂ ਹੁੰਦਾ। ਹੁਣ ਇਸੇ ਵੇਖੋ ਬਾਣੀ 'ਚ ਆਪਾਂ ਨੂੰ ਫਿਰ ਸਮਝਾ ਰਹੇ ਨੇ। ਉਹ ਕਹਿੰਦੇ ਨੇ ਕਿ ਬਈ ਤੂੰ ਕਿਤੇ ਧਾਰਮਿਕ ਗਿਆਨ ਗ੍ਰਹਿਣ ਕਰਨਾ ਹੈ ਪ੍ਰਮਾਤਮਾ ਦੇ ਵੱਲ ਜਾਣ ਦੇ ਲਈ, ਤੇ ਕਿਤੇ ਇਹ ਨਾ ਸੋਚੀ ਕਿ ਤੂੰ ਹੋਰ ਨਾਲ ਬੰਦੇ ਲੈ ਜਾਏ ਤੁਰ ਜੀ, ਕਿ ਬਈ ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ। ਪਹਿਲੀ ਗੱਲ, ਕੋਈ ਤੁਰਨ ਨੂੰ ਤਿਆਰ ਨਹੀਂ ਆ। ਇਹ ਚੀਜ਼ ਨੂੰ ਸਮਝੋ ਕਿ ਇਹ ਸੇਮ ਉਹ ਗੱਲ ਆ ਗਈ ਹੈ। ਕਬੀਰ ਸਾਹਿਬ ਜੀ ਗੱਲ ਕਰ ਰਹੇ ਨੇ ਮਹਾਤਮਾ ਬੁੱਧ ਵਾਲੀ, ਹੀਨ ਜਾਣ ਮਹਾ ਗਿਆਨ। ਜਿਹੜੇ ਹੀਨ ਜਾਣ ਵਾਲੇ ਨੇ ਉਹ ਕਹਿੰਦੇ ਨੇ ਕਿ ਬਈ ਏਦਾਂ ਕਰੋ, ਛੋਟੀ ਕਿਸ਼ਤੀ ਤਿਆਰ ਕਰੋ, ਤੁਸੀਂ ਨਹਿਰ ਪਾਰ ਕਰ ਜਾਓ, ਤੁਹਾਨੂੰ ਵੇਖ ਕੇ ਦੂਜੇ ਵੀ ਆ ਜਾਣਗੇ। ਤੇ ਮਹਾਯਾਨ ਵਾਲੇ ਕਹਿੰਦੇ ਨਹੀਂ ਯਾਰ, ਏਦਾਂ ਨਾ ਕਰੀਏ, ਆਪਾਂ ਜ਼ਿਆਦਾ ਲੋਕਾਂ ਨੂੰ ਲੈ ਜਾਈਏ, ਬਾਬਾ ਲੋਕ ਇਕੱਠੇ ਕਰ ਲਈਏ, ਵੱਡਾ ਕਿਸ਼ਤਾ ਤਿਆਰ ਕਰੀਏ, ਸਾਰੇ ਚੜ੍ਹ ਲਈਏ ਤੇ ਸਾਰੇ ਮੁਕਤ ਹੋ ਜਾਈਏ। ਜਿਹੜੇ ਛੋਟੀ ਕਿਸ਼ਤੀ ਵਾਲੇ, ਉਹ ਹੀਨ ਜਾਣ ਵਾਲੇ ਕਹਿੰਦੇ ਆ ਕਿ ਨਹੀਂ, ਤੁਸੀਂ ਕਿਸੇ ਨੂੰ ਕਹਿ ਕੇ ਵੇਖੋ, ਉਹ ਤੇ ਆਪਣਾ ਹੀ ਸੁਰਗ ਆਉਂਦਾ। ਨੱਜਾ ਸਾਹਿਬ ਬਿਲਕੁਲ ਸਹੀ ਗੱਲ ਹੈ। ਉਹਨੇ ਤੁਹਾਡਾ ਹੀ ਮਨ ਤੋੜ ਦੇਣਾ। ਉਹਨੇ ਕਹਿਣਾ ਤੂੰ ਕਿੱਥੇ ਬੈਠਾ, ਉਹ ਇੱਥੇ ਕੀ ਭੁਗਤੀ ਕਰਦਾ, ਅੱਖਾਂ ਬੰਦ ਕਰਦਾ ਫਿਰਦਾ, ਚੱਲ ਪੈਸੇ ਕਮਾਈਏ, ਠੱਗੀ ਠੁੱਗੀ ਮਾਰੀਏ, ਇੱਥੋਂ ਫਲਾਣੀ ਜਗ੍ਹਾ ਤੋਂ ਆਪਾਂ ਨੂੰ ਉੱਥੋਂ ਕਮਿਸ਼ਨ ਮਿਲ ਜੂਗਾ। ਪਰ ਤੂੰ ਕੀ ਅੱਖਾਂ ਬੰਦ ਕਰਕੇ ਆਪਣਾ ਸਮਾਂ ਬਰਬਾਦ ਕਰ ਰਿਹਾ। ਉਹ ਹੀਨ ਗਿਆਨ ਵਾਲੇ ਕਹਿੰਦੇ ਕਿ ਬਈ ਏਦਾਂ ਦੇ ਲੋਕਾਂ ਦੇ ਪਿੱਛੇ ਜਾਣ ਦਾ ਫਾਇਦਾ ਕੋਈ ਨਹੀਂ ਹੈ। ਬਿਲਕੁਲ। ਨਾਲੇ ਵੀ ਕਹਿੰਦੇ ਕਿ ਜਿਹਨੂੰ ਭੁੱਖ ਨਹੀਂ ਹੈ, ਤੂੰ ਰੋਟੀ ਕਹਿ ਨੂੰ ਖਾ, ਉਹ ਖਾਂਦਾ ਤੇਰੀ ਰੋਟੀ, ਉਹਨੇ ਨਹੀਂ ਖਾਣੀ। ਹਾਂ, ਕਹਿੰਦਾ ਭੁੱਖ ਲੱਗੀ ਹੋਊਗੀ ਨਾ, ਫਿਰ ਸੁੱਕੀਆਂ ਸੋਟੇ ਤੇ ਗੜੀ ਵੇਖੀ ਕਿੱਦਾਂ ਖਾਂਦਾ। ਨਜ਼ਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਵੈਸੇ ਦੋਵੇਂ ਸੱਚੇ ਆ, ਦੋਵੇਂ ਹੀ ਸੱਚੇ ਆ, ਆਪਾਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ। ਹੀਨ ਜਾਣ ਵਾਲੇ ਵੀ ਆਪਣੀ ਜਗ੍ਹਾ ਸੱਚੇ ਤੇ ਮਹਾ ਜਾਣ ਵਾਲੇ ਵੀ ਆਪਣੀ ਜਗ੍ਹਾ ਤੇ ਸੱਚੇ ਨੇ।
ਕਿਉਂਕਿ ਬ੍ਰਹਮ ਗਿਆਨੀ ਤੇ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਲੋਕ ਜਾਣ ਔਰ ਸੱਚ ਨੂੰ ਜਾਣਨ। ਜੇ ਉਹ ਨਹੀਂ ਚਾਹੁੰਦੇ ਤਾਂ ਉਹਨਾਂ ਵਿਚਾਰਿਆਂ ਨੂੰ ਕੀ ਲੋੜ ਪਈ ਲਿਖਣ ਦੀ। ਪਹਿਲੀ ਗੱਲ, ਵੈਸੇ ਵੀ ਆਤਮ ਗਿਆਨ ਕਿਤਾਬ 'ਚ ਮੈਂ ਕੁਝ ਗੱਲਾਂ ਲਿਖੀਆਂ ਵਾ ਕਿ ਇਹ ਸੰਸਾਰ ਤੇ ਬਹੁਤ ਘੱਟ ਲੋਕਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਹੈ ਔਰ ਉਸ ਤੋਂ ਵੀ 0.05% ਲੋਕਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਕਿਹੜਾ ਸਿਰ ਮਾਰੇ, ਕਿਹੜਾ ਖਿਰ ਖਪਾਈ ਕਰੇ। ਕਿਉਂਕਿ ਜਿਹੜਾ ਜਾਣਿਆ ਹੈ ਨਾ, ਉਹ ਕੋਈ ਇਹ ਨਹੀਂ ਹੈ ਕਿ ਜਿਹੜਾ ਬ੍ਰਹਮ ਗਿਆਨੀ ਹੋ ਗਿਆ ਤੇ ਉਹ ਦੱਸੂਗਾ ਧਰਤੀ ਕਿੱਦਾਂ ਬਣੀ ਆ, ਸੂਰਜ ਕਿੱਦਾਂ, ਆਕਾਸ਼ ਕਿੱਦਾਂ ਬਣ ਗਿਆ। ਨਾ, ਇਹ ਕੁਝ ਵੀ ਨਹੀਂ ਦੱਸ ਸਕਦਾ। ਉਹ ਕੇਵਲ ਆਤਮਾ ਨੂੰ ਜਾਣ ਸਕਦਾ ਹੈ ਔਰ ਆਪਣਾ ਉਹ ਜੀਵਨ ਨੂੰ ਮੁਕਤ ਕਰ ਸਕਦਾ ਹੈ। ਨਿੱਜਰ ਸਾਹਿਬ, ਇਹ ਸੱਚ ਜੇ। ਬ੍ਰਹਮ ਗਿਆਨੀ ਵੀ ਨਹੀਂ ਦੱਸ ਸਕਦਾ ਹੈ ਸ੍ਰਿਸ਼ਟੀ ਕਿੱਦਾਂ ਬਣੀ, ਕਿੱਦਾਂ ਬਣਾਈ ਆ ਪ੍ਰਮਾਤਮਾ ਨੇ। ਇਹ ਗੁਪਤ ਆ। ਚਲੋ ਗੱਲਾਂ ਆਪਾਂ ਕਹਿ ਦਿੰਦੇ ਆ ਕਿੱਥੋਂ ਪਾਣੀ ਆਇਆ, ਕਿੱਥੋਂ ਮਿੱਟੀ ਆਈ, ਕਿਉਂ ਪ੍ਰਮਾਤਮਾ ਸ੍ਰਿਸ਼ਟੀ ਬਣਾ ਰਿਹਾ ਹੈ, ਮੱਖੀ ਕਿੱਦਾਂ ਬਣਾਈ ਹੈ, ਕੀੜੀ ਕਿੱਦਾਂ ਬਣਾਈ ਆ। ਬਸ ਇਹ ਠੀਕ ਹੈ, ਆਤਮਾ ਨੂੰ ਜਾਣ ਲੈਂਦਾ ਹੈ, ਉਹਦਾ ਭਰਮ ਖਤਮ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਔਰ ਉਹ ਸੰਸਾਰ ਤੋਂ ਚਲਾ ਜਾਂਦਾ। ਗੱਲ ਖਤਮ। ਬੋਲ ਸਾਗਰ 'ਚ ਕਹਿੰਦੀ ਸਾਗਰ ਦਾ ਰੂਪ ਹੋ ਜਾਂਦੀ। ਹੁਣ ਆਪਣੇ ਆਪ ਨੂੰ ਜਦੋਂ ਕੋਈ ਬੰਦਾ ਜਾਣ ਲੈਂਦਾ ਹੈ ਤੇ ਇਹ 'ਚ ਹੁਣ ਮੈਂ ਕੀ ਕਵਾਂ ਕਿ ਬੜਾ ਵੱਡਾ ਕੰਮ ਕਰਦਾ। ਇਸ ਕਰਕੇ ਜ਼ਿਆਦਾ ਲੋਕ ਦੱਸਦੇ ਹੀ ਨਹੀਂ ਕਿ ਦੱਸਣਾ ਕੀ ਆ। ਮਹਾਤਮਾ ਬੁੱਧ ਤੋਂ ਇਹ ਸਵਾਲ ਕੀਤਾ ਗਿਆ ਸੀ। ਮਹਾਤਮਾ ਬੁੱਧ ਜਦੋਂ ਆਤਮ ਗਿਆਨ ਨੂੰ ਪ੍ਰਾਪਤ ਕਰ ਲਿਆ ਤੇ ਉਹ ਫਿਰ ਚੁੱਪ ਹੋ ਗਿਆ। ਚੁੱਪ ਹੋਣ ਤੋਂ ਬਾਅਦ ਉੱਥੇ ਦੇਵਤੇ ਕਹਿ ਗਏ ਆ। ਕਹਿਣ ਤੋਂ ਭਾਵ ਕਿ ਦੇਵਤੇ ਤੋਂ ਭਾਵ ਕਿ ਉਹ ਮਨੁੱਖ ਜਿਹਨਾਂ ਦਾ ਸੁਭਾਅ ਹੈ ਦੇਣਾ। ਰਾਖਸ਼ ਦਾ ਮਤਲਬ ਹੁੰਦਾ ਹੈ, ਹੋ ਸਕਦਾ ਮੈਂ ਵੀ ਰਾਖਸ਼ ਹਾਂ, ਜਦੋਂ ਕਿਸੇ ਦਾ ਹੱਕ ਚੁੱਕ ਲੈਂਦੇ ਹਾਂ ਆਪਾਂ ਰਾਖਸ਼ ਹਾਂ। ਤੇ ਜਦੋਂ ਆਪਾਂ ਆਪਣੇ ਕਾਲ ਕਰੇ ਕੁਝ ਹੱਥੋਂ ਦੇ, ਨਾਨਕ ਸੱਚ ਪਛਾਣੇ ਛੇ, ਨਾਨਕ ਰਾਹ ਜਿਹੜਾ ਪਛਾਣੇ ਅਸੀਂ ਕਮਾਈ ਕੀਤੀ ਹਨਾ, ਦੀ ਤੁਕ ਹੈਗੀ ਨਾ। ਹਾਂ, ਨਾਨਕ ਰਾਹ ਪਛਾਣੇ ਸੇ। ਜਿੱਦਾਂ ਆਪਾਂ ਕੋਈ ਆਪਣਾ 5 ਰੋਟੀਆਂ ਉਹ 'ਚ 2 ਦੇ ਦਿੱਤੀਆਂ, 1 ਦੇ ਦਿੱਤੀ, ਇਹ ਦੇਵਤੇ ਦਾ ਗੁਣ ਹੈ। ਇਹਦੀ ਮਦਦ ਕਰਤੀ। ਦੇਵਤੇ ਦਾ ਮਤਲਬ ਦੇਣਾ, ਰਾਖਸ਼ ਦਾ ਮਤਲਬ ਲੈਣਾ। ਉਹ ਲੈਣਾ ਜਿੱਥੇ ਹੱਕ ਨਹੀਂ ਬਣਦਾ। ਤੋ ਇਹ ਸੂਰਜ, ਇਹ ਧਰਤੀ, ਇਹ ਚੰਦਰਮਾ, ਆ ਤਾਰੇ ਛਾਰੇ, ਇਹ ਪਾਣੀ, ਇਹ ਹਵਾ, ਇਹ ਆਕਾਸ਼, ਇਹ ਸਭ ਕੁਝ ਦਿੰਦੇ ਨੇ। ਇਹ ਦੇਵਤੇ ਨੇ, ਮੰਗਦੇ ਨਹੀਂ ਸਾਡੇ ਤੋਂ ਕੁਝ ਨਹੀਂ ਮੰਗਦੇ। ਧਰਤੀ ਤੁਹਾਡੇ ਤੋਂ ਕੁਝ ਮੰਗਦੀ ਹੈ? ਤੁਸੀਂ ਜਿੰਨੀ ਮਰਜ਼ੀ ਕਣਕ ਚੁਗਾਓ, ਸੂਰਜ ਦੇ ਗਾੜੀ ਬਹਿ ਜਾਓ, ਉਹ ਤੁਹਾਨੂੰ ਫਰੀ 'ਚ ਧੁੱਪ ਦਿੰਦਾ। ਕੁਛ ਮੰਗਦਾ ਵਿਚਾਰਾ? ਕੁਛ ਨਹੀਂ ਮੰਗਦਾ। ਹਵਾ ਚੱਲਦੀ ਆ, ਤੁਹਾਡੇ ਤੋਂ ਕੁਛ ਮੰਗਦੀ ਹੈ ਕਿ ਮੈਂ ਚੱਲਣ ਦੀ ਆ ਬਈ ਲਿਆ ਬਿੱਲ ਦੇ? ਉਹਦਾ ਤੂੰ ਪੱਖਾ ਚਲਾਉਣਾ ਤੇ ਇੰਨਾ ਤੇਰਾ ਬਿੱਲ ਆਉਂਦਾ, ਮੈਂ ਚੱਲਣ ਦੀ ਆ, ਲਿਆ ਇਧਰ ਬਿੱਲ ਫੜਾ। ਨਹੀਂ। ਪਾਣੀ ਮੰਗਦਾ ਤੁਹਾਡੇ ਤੋਂ ਕੁਛ? ਨਹੀਂ। ਉਹ ਅਗਨੀ ਕੁਛ ਮੰਗਦੀ ਹੈ? ਨਹੀਂ, ਕੁਛ ਨਹੀਂ ਮੰਗਦੇ ਉਹ। ਇਹ ਸਭ ਦੇਵਤੇ ਨੇ। ਇਸੇ ਹੀ ਤਰ੍ਹਾਂ ਜਦੋਂ ਕੋਈ ਮਨੁੱਖ ਆਪਣੇ ਹਿੱਸੇ 'ਚੋਂ ਕੁਝ ਦਿੰਦਾ ਹੈ, ਉਹ ਵੀ ਦੇਵਤਾ ਹੈ। ਠੀਕ ਹੈ, ਉਹ ਦੇਵਤਾ ਹੈ। ਏਦਾਂ ਦੇ ਮਨੁੱਖ ਫਿਰ ਮਹਾਤਮਾ ਬੁੱਧ ਕੋਲ ਗਏ। ਉਹਨਾਂ ਨੇ ਸਵਾਲ ਕੀਤਾ, ਮਹਾਤਮਾ ਜੀ ਏਦਾਂ ਕਰੋ ਕਿ ਤੁਸੀਂ ਜੋ ਜਾਣਿਆ ਦੱਸੋ। ਉਹ ਕਹਿੰਦੇ ਮੈਂ ਦੱਸਾਂ? ਏਦਾਂ ਦੀ ਗੱਲ ਤੇ ਹੈ ਨਹੀਂ ਜਿਹੜੀ ਮੈਂ ਜਾਣ ਲਈ ਆ ਤੇ ਜਿਹਦੇ ਕਰਕੇ ਮੈਂ ਥੋੜਾ ਜਿਹਾ ਐਕਸਟਰਾ ਆਰਡੀਨਰੀ ਹੋ ਗਿਆ। ਮੈਂ ਆਪਣੇ ਆਪ ਨੂੰ ਜਾਣਿਆ, ਮੈਂ ਆਪਣੇ ਸਰੂਪ ਨੂੰ ਜਾਣ ਲਿਆ। ਤੇ ਕਹਿੰਦੇ ਤੇ ਫਿਰ ਕਹਿੰਦਾ ਮੈਨੂੰ ਕਾਰਨ ਦੱਸੋ ਜਿਹਦੇ ਕਰਕੇ ਮੈਂ ਲੋਕਾਂ ਨੂੰ ਦੱਸਾਂ। ਤੇ ਉਹ ਕਹਿੰਦਾ ਕਿ ਦੱਸਦੇ ਤੈਨੂੰ ਅਸੀਂ, ਮਤਲਬ ਦੱਸੇਗਾ ਤੇ ਤਾਂ ਹੀ ਤੇ ਲੋਕਾਂ ਦਾ ਭਲਾ ਹੋਊਗਾ। ਉਹ ਕਹਿੰਦੇ ਕਿ ਜਿੰਨੇ ਜਾਣਾ ਹੈ ਉੱਥੇ, ਨਿਜਰ ਸਾਹਿਬ, ਜਿੰਨੇ ਜਾਣਾ ਹੈ ਉਹਨੇ ਮੇਰੇ ਬਿਨਾਂ ਹੀ ਚੱਲ ਜਾਣਾ ਵਾ, ਤੇ ਜਿੰਨੇ ਨਹੀਂ ਜਾਣਾ ਉਹ ਮੇਰੇ ਕਹਿਣ ਤੇ ਵੀ ਨਹੀਂ ਜਾਣਾ। ਇਹ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸੀ ਹੈ। 2 ਗੱਲਾਂ ਉਹਨੇ ਬੋਲੀਆਂ। ਉਹ ਜਿਹੜੇ ਬੰਦੇ ਗਏ ਸੀ ਉਹ ਚੁੱਪ ਹੋ ਗਏ। ਉਹ ਕਹਿੰਦੇ ਗੱਲ ਤੇ ਪੁਆਇੰਟ ਹੈਗਾ, ਜਿੰਨੇ ਜਾਣਨਾ ਹੈ, ਜਿੰਨੇ ਆਤਮਾ ਨੂੰ ਜਾਣਨਾ ਹੈ, ਉਹਨੇ ਭਗਤੀ ਕਰਕੇ ਖੁਦ ਹੀ ਜਾਣ ਲੈਣਾ ਹੈ। ਹਾਂ, ਜਿੰਨੇ ਨਹੀਂ ਜਾਣਨਾ ਹੈ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਬ੍ਰਹਮ ਗਿਆਨੀ ਜਿੰਨਾ ਮਰਜ਼ੀ ਬੋਲ ਕੇ ਚੱਲ ਜੇ, ਉਹਨਾਂ ਤੇ ਅਸਰ ਨਹੀਂ ਹੋਣਾ। ਬਿਲਕੁਲ, ਇਤਿਹਾਸ ਗਵਾਹ ਇਹ ਗੱਲ ਦਾ। ਕਈ ਲੋਕ ਕਹਿੰਦੇ ਨਹੀਂ ਬ੍ਰਹਮ ਗਿਆਨੀ ਬੋਲੂਗਾ ਤੇ ਸਾਰੇ ਮੁਕਤ ਹੋ ਜਾਣਗੇ। ਨਾ, ਉਹ ਪੱਥਰ ਹੈਗੇ ਨੇ ਪਾਣੀ 'ਚ ਬੈਠੇ ਹੋਏ। ਜਿੰਨਾ ਮਰਜ਼ੀ ਪਾਣੀ ਚੱਲੇ, ਉਹਨਾਂ ਦੇ ਅੰਦਰ ਬੂੰਦ ਨਹੀਂ ਪਏਗੀ। ਉਹ ਬੰਦੇ ਏਦਾਂ ਦੇ ਹੁੰਦੇ ਨੇ, ਵੱਖਰੇ ਬੰਦੇ, ਉਹ ਆਪਣੀ ਹਉਮੈ ਚੁੱਕੀ ਫਿਰਦੇ ਆ। ਔਰ ਉਹ ਇੰਨੇ ਭਰੇ ਹੋਏ ਨੇ, ਇੰਨਾ ਆਪਣੇ ਅਧੂਰੇ ਗਿਆਨ ਦੇ ਨਾਲ ਭਰੇ ਹੋਏ ਨੇ, ਉਹਨਾਂ 'ਚ ਜਗ੍ਹਾ ਹੀ ਨਹੀਂ ਹੈਗੀ, ਕੁਛ ਪਾ ਹੀ ਨਹੀਂ ਸਕਦੇ। ਉਹਨਾਂ ਨੂੰ ਖਾਲੀ ਕਰਨਾ ਪੈਣਾ, ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੱਥੋਂ ਗਿਆਨ ਇਕੱਠਾ ਕਰ ਲਿਆ।
ਔਰ ਉਸ ਗਿਆਨ ਦਾ ਕੋਈ ਜੜ ਨਹੀਂ ਹੈ, ਕੋਈ ਗੱਲ ਨਹੀਂ, ਬਾਤ ਨਹੀਂ। ਉਹਨੇ ਕੀ ਕਰਨਾ, ਇਹਨਾਂ ਨੂੰ ਆਪਣੇ ਗਿਆਨ ਤੋਂ ਵੀ ਵੰਚਿਤ ਕਰਕੇ ਰੱਖ ਦੇਣਾ। ਫਿਰ ਉਹ ਕਹਿੰਦੇ ਕਿ ਸਾਨੂੰ ਸੋਚਣ ਦਿਓ। ਉਹ ਪਰੇ ਚਲ ਗਏ ਆ ਬੰਦੇ, ਉਹਨਾਂ ਨੇ ਸਲਾਹ ਕੀਤੀ, ਫਿਰ ਆਏ ਫਿਰ ਮਹਾਤਮਾ ਬੁੱਧ ਕੋ। ਉਹ ਕਹਿੰਦੇ ਮਹਾਤਮਾ ਜੀ ਇੱਕ ਗੱਲ ਸਮਝੋ, ਆਪ ਮੰਨਿਆ ਜਿਨ੍ਹਾਂ ਨੇ ਜਾਣਨਾ ਹੈ ਉਹਨਾਂ ਨੇ ਤੁਹਾਡੇ ਤੋਂ ਬਿਨਾਂ ਵੀ ਜਾਣ ਲੈਣਾ। ਦੂਸਰੀ ਤਰਫ ਤੁਹਾਡੀ ਦੂਜੀ ਗੱਲ ਨਾਲ ਵੀ ਇਹ ਐਗਰੀ ਹੈਗੇ ਆ ਕਿ ਜਿਹਨੇ ਨਹੀਂ ਜਾਣਨਾ, ਭਾਵੇਂ 100 ਬ੍ਰਹਮ ਗਿਆਨੀ ਲਾਗੇ ਰਹਿੰਦਾ ਹੋਵੇ, ਉਹਨੇ ਨਹੀਂ ਜਾਣਨਾ। ਇਹ ਪੱਕੀ ਗਰੰਟੀ ਹੈ। ਪਰ ਉਹ ਕਹਿੰਦੇ ਇਹਨਾਂ ਦੋਵਾਂ ਦੇ ਵਿਚਕਾਰ ਵੀ ਤਾਂ ਥੋੜੇ ਜਿਹੇ ਲੋਕ ਆਉਂਦੇ ਨਾ ਨਿੱਜਾ ਸਾਹਿਬ। ਹਾਂ, ਜਿਹੜੇ ਜਾਣਨਾ ਚਾਹੁੰਦੇ ਆ, ਤੇ ਜੇ ਤੁਸੀਂ ਗਿਆਨ ਦੇ ਦੋਗੇ ਤੇ ਉਹਨਾਂ ਨੂੰ ਫਾਇਦਾ ਹੋ ਜਾਊਗਾ। ਉਹਨਾਂ ਦਾ ਥੋੜਾ ਜਿਹਾ ਮਾਰਗਦਰਸ਼ਨ ਕਰ ਦੋ। ਉਹ ਕਿਨਾਰੇ ਤੇ ਬੈਠੇ ਨੇ, ਬਿਲਕੁਲ ਹੀ ਐਜ ਤੇ ਨੇ, ਤੇ ਜੇ ਤੁਸੀਂ ਉਹਨਾਂ ਦੀ ਹੈਲਪ ਕਰ ਦੋਗੇ ਤੇ ਵਿਚਾਰੇ ਉਹ ਮੁਕਤ ਹੋ ਜਾਣਗੇ। ਫਿਰ ਮਹਾਤਮਾ ਬੁੱਧ ਫਿਰ ਉਸ ਗੱਲ ਤੇ ਐਗਰੀ ਹੋਇਆ। ਕਹਿੰਦਾ ਹਾਂ ਇਹ ਪੁਆਇੰਟ ਹੈਗਾ ਤੁਹਾਡਾ, ਵੈਲਿਡ ਪੁਆਇੰਟ ਹੈ, ਇੱਥੇ ਮੈਂ ਬੋਲਾਂਗਾ, ਮੈਂ ਕੋਸ਼ਿਸ਼ ਕਰਾਂਗਾ। ਔਰ ਗੁਰੂ ਨਾਨਕ ਪਾਤਸ਼ਾਹ ਜਾਂ ਆਪਣੇ ਹੋਰ ਜਿਹੜੇ ਭਗਤ ਹੋਏ ਨੇ ਜਾਂ ਦੂਜੇ ਆਪਣੇ ਗੁਰੂ ਹੋਏ ਨੇ, ਉਹਨਾਂ ਨੇ ਕੇਵਲ ਉਹੀ ਥੋੜੇ ਜਿਹੇ ਬੰਦੇ ਹੀ ਲੱਭੇ ਆ ਜਿਹੜੇ ਜਾਣਨਾ ਚਾਹੁੰਦੇ ਆ। ਬਿਨਾਂ ਗਾਈਡੈਂਸ ਦੇ ਨਹੀਂ ਲੱਭ ਸਕਦੇ। ਉਹਨਾਂ 'ਚ ਸਮਰੱਥਾ ਹੈਗੀ ਆ। ਪਰ ਇੱਕ ਚੀਜ਼ ਨੂੰ ਦੇਖੋ ਆਪ, ਇੱਕ ਬੱਚੇ ਦੇ ਅੰਦਰ ਕਾਬਲੀਅਤ ਹੈਗੀ ਆ, ਕੀ ਉਹ ਇੰਜੀਨੀਅਰ ਬਣ ਜਾਊਗਾ? ਇਕੱਲੀ ਕਾਬਲੀਅਤ ਹੋਣੀ ਕਾਫੀ ਥੋੜੀ ਹੁੰਦੀ ਆ, ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵੀ ਤੇ ਕਰਨੀ ਪੈਣੀ ਹੈ ਨਾ। ਬਿਲਕੁਲ ਕਾਬਲੀਅਤ ਹੋਣੀ ਹੈ। ਤੇ ਕਈ ਬੱਚੇ ਨੇ ਉਹਨਾਂ 'ਚ ਬਹੁਤ ਕਾਬਲੀਅਤ ਹੈ, ਵਿਚਾਰਿਆਂ ਨੂੰ ਮੌਕਾ ਹੀ ਨਹੀਂ ਮਿਲਦਾ, ਓਦਾਂ ਹੀ ਵਿਚਾਰੇ ਸਿੰਪਲ ਜਿਹਾ ਜੀਵਨ ਬਤੀਤ ਕਰਦੇ ਹੋ। ਬਿਲਕੁਲ। ਤੇ ਕਈ ਬੱਚੇ ਐਸੇ ਨਲਾਇਕ ਹੁੰਦੇ ਆ, ਤੁਸੀਂ ਉਹਨੂੰ ਜਿਹੜੀ ਮਰਜ਼ੀ ਯੂਨੀਵਰਸਿਟੀ 'ਚ ਭੇਜ ਦਿਓ, ਉਹਨਾਂ ਨੇ ਲਾਇਕ ਹੀ ਰਹਿਣਾ, ਉਹਨਾਂ ਕਿਤੇ ਨਹੀਂ ਪਹੁੰਚਣਾ। ਇਹਦਾ ਮਤਲਬ ਤੇ ਇਹੋ ਹੀ ਆ ਕਿ ਮਤਲਬ ਸਿਸਟਮ ਏਦਾਂ ਦਾ। ਠੀਕ ਹੈ, ਹੁਣ ਇਹ ਅੱਗੇ ਚਲੀ ਜਾਂਦੇ ਸਾਹਿਬ। ਹਾਂਜੀ ਬਿਲਕੁਲ ਸਹੀ ਗੱਲ ਆ। ਕਬੀਰ ਜਗ ਬਾਂਧਿਓ ਜਿਹ ਜੇਵਰੀ ਤਿਹ ਮਤ ਬੰਧੋ ਕਬੀਰ। ਦੇਖ ਲਓ, ਆਪਣੇ ਆਪ ਨੂੰ ਕਬੀਰ ਜੀ ਜਿਹੜੇ ਹੈਗੇ ਸੰਬੋਧਿਤ ਕਰਕੇ ਆਪਾਂ ਨੂੰ ਗਿਆਨ ਦੇ ਰਹੇ। ਹੁਣ ਜੱਗ ਜਿਹੜਾ ਹੈਗਾ, ਸੰਸਾਰ ਜਿਹੜਾ ਹੈਗਾ, ਲੋਕੀ ਕਹਿੰਦੇ ਅਸੀਂ ਤਾਂ ਤੁਰੇ ਫਿਰਦੇ ਹਾਂ, ਆਰਾਮ ਨਾਲ ਖੁੱਲੇ ਹਾਂ, ਅਸੀਂ ਕਿੱਥੇ ਬੰਨੇ ਹੋਏ ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਆਪਾਂ ਨੂੰ ਥੋੜ੍ਹਾ ਨਾ ਪਤਾ ਲੱਗਦਾ। ਉਹ ਕਹਿੰਦਾ ਤੈਨੂੰ ਨਹੀਂ ਦਿਸ ਰਿਹਾ ਮੈਂ ਕਿਹੜੇ ਪਾਸੇ ਬੰਨਿਆ, ਮੈਨੂੰ ਕਿਹਨੇ ਬੰਨਿਆ ਹੋਇਆ। ਕਬੀਰ ਜੀ ਕਹਿ ਰਹੇ ਕਿ ਭਾਈ ਸਾਰਾ ਸੰਸਾਰ ਬੰਨਿਆ ਪਿਆ ਹੈ। ਸਾਰਾ ਸੰਸਾਰ ਜਿਹੜਾ ਹੈਗਾ ਮੋਹ ਦੀਆਂ ਤਾਰਾਂ ਦੇ ਨਾਲ ਬੰਨਿਆ ਪਿਆ, ਜਿਹੜੀਆਂ ਤੈਨੂੰ ਦਿਸਦੀਆਂ ਨਹੀਂ ਆ। ਤੂੰ ਆਦੀ ਹੋਇਆ, ਗੁਲਾਮ ਹੋਇਆ ਪਿਆ ਹੈ। ਆਹ ਸਵਾਦਾਂ ਦਾ, ਰਸਾਂ ਕਸਾਂ ਦਾ, ਪਦਾਰਥਾਂ ਦਾ ਗੁਲਾਮ ਹੈਗਾ ਤੂੰ ਦੇਖ ਤੇ ਕਿਸ ਤਰ੍ਹਾਂ ਤੇਰੇ ਘਰ ਵਾਲੇ ਬੱਚੇ ਜਿਹੜੇ ਸਾਰੇ ਇਹਨਾਂ ਦੇ ਮੋਹ ਦੇ ਵਿੱਚ, ਪਦਾਰਥਾਂ ਦੇ ਵਿੱਚ, ਇਹਦੇ ਵਿੱਚ ਪੂਰੀ ਤਰ੍ਹਾਂ ਬੰਨਿਆ ਪਿਆ ਹੈ। ਆਪਾਂ ਨੂੰ ਨਹੀਂ ਦਿਸ। ਫਿਰ ਇਹਦਾ ਮਤਲਬ ਵੀ ਅਸੀਂ ਖਾਈਏ ਨਾ, ਅਸੀਂ ਜਿਹੜੇ ਹੈਗੇ ਭਾਈ ਆਪਣੇ ਬੱਚੇ ਨਾ ਪਾਲੀਏ। ਜਿੰਨੀ ਕੁ ਤੁਹਾਨੂੰ ਲੋੜ ਹੈਗੀ ਆ, ਜਿੰਨੀ ਕੁ ਤੁਹਾਡੀ ਨੀਡ ਹੈਗੀ, ਰਿਕੁਆਇਰਮੈਂਟ ਹੈਗੀ, ਜ਼ਰੂਰਤ ਹੈਗੀ, ਬਾਣੀ ਨਹੀਂ ਕਹਿੰਦੀ, ਬ੍ਰਹਮ ਗਿਆਨੀ ਨਹੀਂ ਕਹਿੰਦੇ ਕਿ ਤੁਸੀਂ ਨਾ ਕਹੋ, ਕਹਿੰਦੇ ਉਨੀ ਕੁ ਲੈ ਨਾ ਜਿੰਨੀ ਕੁ ਤੇਰੀ ਡਿਮਾਂਡ ਹੈ, ਜਿੰਨੀ ਕੁ ਤੇਰੀ ਜ਼ਰੂਰਤ ਹੈਗੀ ਆ। ਤੂੰ ਇਸ ਨੂੰ ਜਿਹੜਾ ਹੈਗਾ ਜੀਵਨ ਕਿਉਂ ਸਮਝਦਾ, ਇਸ ਨੂੰ ਕਿਉਂ ਟਾਰਗੇਟ ਬਣਾ ਲੈਣਾ ਵੀ ਆਹੀ ਜਿਹੜਾ ਜੀਵਨ ਹੈਗਾ, ਇਸ ਤੋਂ ਤੂੰ ਰੱਬ ਦੀ ਭਗਤੀ ਕਰਨੀ ਆ। ਨਾਲ ਨਾਲ ਤੂੰ ਜਿਹੜਾ ਹੈਗਾ ਦੁਨੀਆ ਦੇ ਸਵਾਦ, ਕਾਮ, ਜੋ ਵੀ ਦੁਨੀਆ ਦੇ ਜਿਹੜੇ ਹੈਗੇ ਆ ਪਦਾਰਥ ਆ, ਖਾਣ ਵਾਲੇ ਹੈਗੇ ਦੁਨੀਆ ਦੇ ਪਦਾਰਥ, ਉਹ ਆਪਣਾ ਲੈ, ਤੇਰੇ ਵਾਸਤੇ ਤਾਂ ਬਣਾਏ ਆ। ਪਰ ਇਹਦੇ ਨਾਲ ਜਿਹੜਾ ਹੈਗਾ, ਇਹ ਸਮਾਨ ਦੇ ਨਾਲ ਤੂੰ ਯਾਤਰਾ ਤਾਂ ਰੱਖਣਾ, ਜਿਹੜੇ ਵਾਸਤੇ ਆਏ ਆ ਉਹ ਕੰਮ ਤਾਂ ਕਰਨਾ। ਆਹ ਹੈਗਾ ਭਾਈ, ਆਪਾਂ ਉਹ ਯਾਤਰਾ ਹੀ ਬੰਦ ਕਰ ਦਿੰਦੇ ਆ। ਇਹ ਐਸੀ ਮੋਹ ਦੀਆਂ ਤਾਰਾਂ, ਐਸੀ ਜੇਵਰੀ ਹੈਗੀ, ਸਾਰਾ ਸੰਸਾਰ ਜਿਹੜਾ ਹੈਗਾ ਬੰਨਿਆ ਪਿਆ ਹੈ ਇਹਦੇ ਵਿੱਚ। ਕਬੀਰ ਜਗ ਬਾਂਧਿਓ ਜਿਹ ਜੇਵਰੀ ਤਿਹ ਮਤ ਬੰਧੋ ਕਬੀਰ। ਨਾ ਪਿਆਰਿਆ, ਨਾ ਤੂੰ ਨਾ ਬਣ, ਤੂੰ ਨਾ ਬਣ, ਤੂੰ ਨਾ ਬਣ, ਆਪਣੇ ਆਪ ਨੂੰ ਬਚਾ ਲਾ। ਦੇਖ ਲਾ, ਜਹ ਆਟਾ ਲੋਨ ਜਿਉ ਸੋਨ ਸਮਾਨ ਸਰੀਰ। ਦੇਖ ਲਾ ਪਿਆਰੇ, ਸੋਨੇ ਵਰਗਾ ਸਰੀਰ ਤੇਰਾ, ਇੰਨਾ ਸੋਹਣਾ ਨਿਰੋਗ ਸਰੀਰ ਹੈਗਾ ਤੇਰਾ, ਇੰਨੀ ਤਾਕਤ ਹੈਗੀ, ਇੰਨੀਆਂ ਸੁਵਿਧਾਵਾਂ ਹੈਗੀਆਂ ਇਸ ਸਰੀਰ ਨੇ, ਪਤਾ ਵੀ ਨਹੀਂ ਲੱਗਣਾ ਵੀ ਕਿੱਥੇ ਚਲਾ ਗਿਆ। ਲੂਣ ਪਾ ਦਿਓ ਆਟੇ ਦੇ ਵਿੱਚ, ਕਿੱਧਰ ਨੂੰ ਚਲਾ ਗਿਆ। ਦੇਖ ਲਓ ਦੁਨੀਆ ਦੇ ਵਿੱਚ, ਹੁਣੇ ਗੋਰਖੀ ਸਾਹਿਬ ਦੱਸ ਰਹੇ ਸੀਗੇ, ਇੰਨੇ 8 ਬਿਲੀਅਨ ਜਿਹੜੇ ਹੈਗੇ, ਸਾਰੇ ਜਿਹੜੇ ਹੈਗੇ, ਇਹ ਸਾਰੇ ਦੇ ਸਾਰੇ ਮਰ ਜਾਣੇ ਆ। ਤੇ ਪਤਾ ਲੱਗਦਾ ਇਹਨਾਂ ਦਾ, ਇੰਨੀ ਲੋਕੀ ਦੁਨੀਆ ਦੇ ਵਿੱਚ ਪੈਦਾ ਹੋਏ ਆ, ਮਰ ਗਏ ਆ, ਮਰ ਰਹੇ ਆ, ਪੈਦਾ ਹੋ ਰਹੇ ਆ। ਹੈ ਕਿਸੇ ਦਾ ਕੋਈ ਕਿਸੇ ਨੂੰ ਯਾਦ ਕਰਦਾ, ਕਿਸੇ ਦਾ ਪਤਾ ਲੱਗਦਾ?
ਔਰ ਦੇਖ ਲਓ ਕੁਛ ਐਸੇ ਵੀ ਹੈਗੇ, ਜਾਂ ਕਬੀਰ ਜੀ, ਫਰੀਦ ਜੀ, ਜਿਹੜੇ ਮੋਜ਼ਸ ਜਿਹੜੇ ਹੈਗੇ, ਹਜ਼ਰਤ ਮੁਹੰਮਦ, ਕ੍ਰਾਈਸਟ, ਗੁਰੂ ਨਾਨਕ ਸਾਹਿਬ, ਇੰਨੀਆਂ ਜੋਤਾਂ, ਇੰਨੇ ਬ੍ਰਹਮ ਗਿਆਨੀ, ਰਾਮ ਜਿਹੜੇ ਹੈਗੇ, ਹੋਰ ਜਿਹੜੇ ਕ੍ਰਿਸ਼ਨ, ਦੇਖ ਲਓ ਇਹਨਾਂ ਦੇ ਜਿਹੜੇ ਹੈਗੇ ਸਾਰੀ ਦੁਨੀਆ ਯਾਦ ਕਰਦੀ ਹੈ, ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ। ਆਹ ਕਹਿ ਰਹੇ ਹੈ ਕਬੀਰ ਜੀ, ਭਾਈ ਤੇਰਾ ਪਤਾ ਵੀ ਨਹੀਂ ਲੱਗਣਾ, ਤੈਨੂੰ ਕਿਸੇ ਨੇ ਯਾਦ ਵੀ ਨਹੀਂ ਕਰਨਾ ਭਾਈ। ਹਾਂਜੀ ਗੋਰਕੀ ਸਾਹਿਬ। ਹੁਣ ਕਬੀਰ ਸਾਹਿਬ ਜੀ ਫਿਰ ਕਹਿੰਦੇ, ਕਬੀਰ ਜਗਤ ਬਾਂਧਿਓ ਜਾਂ ਜੀਵਰੀ ਤਹਿਮਤ ਬੰਦੋ ਕਬੀਰ। ਉਹ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੀ ਗ੍ਰਸਤੀ ਹੈ, ਉਹਦੇ ਨਾਲ ਵੇਖੋ ਸਾਰਾ ਜਗਤ ਵੱਜਿਆ। ਆਪ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਕੌਣ ਵੱਜਿਆ ਕਿ ਨਹੀਂ ਵੱਜਿਆ। ਔਰ ਇਹਦੇ ਵਿੱਚ ਇੱਕ ਬੰਦਾ ਕੀ ਜੀਵ ਐ, ਜਿੰਨੇ ਕੀੜੇ ਮਕੌੜੇ ਐ, ਪਰਿੰਦੇ ਐ, ਰੁਕ ਇਹ ਸਭ ਵੱਜੇ ਆ, ਮੋਹ ਦੇ ਵਿੱਚ ਵੱਜੇ ਆ। ਬਿਲਕੁਲ ਮੋਹ ਦੇ ਵਿੱਚ ਵੱਜੇ। ਮੋਹ ਇੰਨਾ ਪਾਵਰਫੁਲ ਸੀ। ਫਿਰ ਕਹਿੰਦੇ ਮੈਂ ਨਹੀਂ ਵੱਜਿਆ ਭਾਊ, ਮੇਰੇ ਕੋਲ ਮੋਹ ਦਾ ਕੋਈ ਵੀ ਇਦਾਂ ਦਾ ਤੰਦ ਨਹੀਂ ਹੈਗਾ ਜਿੰਨੇ ਮੇਰੇ ਮਨ ਨੂੰ ਬੰਨਿਆ ਹੋਵੇ। ਕਬੀਰ ਜੀ ਸਿਰਫ ਮੈਂ ਮੁਕਤ ਹਾਂ। ਗੋਰਖੀ ਸਾਹਿਬ, ਕਬੀਰ ਜੀ ਕਹਿੰਦੇ ਤਿਹ ਮਤ ਬੰਧੋ ਕਬੀਰ, ਕਹਿੰਦੇ ਤੇਰੇ ਕੋਲ ਚਾਂਸ ਹੈਗਾ, ਤੇਰੇ ਕੋਲ ਜੀਵਨ ਹੈ, ਤੇਰੇ ਕੋਲ ਸਵਾਸ ਹੈਗੇ, ਯਾਤਰਾ ਹੈਗੀ ਤੇਰੀ, ਦੇਖ ਲਾ ਪਿਆਰਿਆ, ਉਹਦੇ ਵਿੱਚ ਨਾ ਬੰਨਿਆ ਜਾ ਬਸ। ਹਾਂਜੀ ਵੀਰ ਜੀ। ਹਾਂ ਨਿਜਾ ਸਾਹਿਬ, ਪਹਿਲੀ ਗੱਲ ਤੇ ਉਹ ਆਪ ਬੰਧਨ ਤੋਂ ਮੁਕਤ ਹੋਏ, ਉਸ ਤੋਂ ਬਾਅਦ ਸਾਨੂੰ ਵੀ ਤੇ ਕਹਿ ਰਹੇ ਨੇ ਆਪਣੇ ਆਪ ਨੂੰ। ਬਿਲਕੁਲ ਸਹੀ ਗੱਲ ਹੈ, ਆਪਣੇ ਤੇ ਕਹਿ ਕੇ ਲਾ ਕੇ ਆਪਾਂ ਨੂੰ ਸੰਬੋਧਿਤ ਕਰ ਰਹੇ। ਬਿਲਕੁਲ ਸਹੀ ਹੈ। ਹਾਂ, ਕਿਉਂਕਿ ਜਦੋਂ ਮੈਂ ਚੀਜ਼ ਤੋਂ ਬੰਧਨ ਚ ਹੈਗਾ ਤੇ ਮੈਂ ਤੁਹਾਨੂੰ ਕਿੱਦਾਂ ਕਹਿ ਦੂੰਗਾ ਮੁਕਤ ਹੋ ਜਾਓ। ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਕਿ ਮੈਂ ਇਸ ਚੀਜ਼ ਤੋਂ ਪਹਿਲਾਂ ਮੁਕਤ ਹੋਇਆ ਵਾਂ, ਹੁਣ ਕਹਿੰਦੇ ਤੁਸੀਂ ਵੀ ਨਾ ਬੰਧ ਜਿਓ, ਕਿਉਂਕਿ ਸੰਸਾਰ ਵੱਜਿਆ ਹੈ। ਉਹ ਇਹ ਵੀ ਨਹੀਂ ਕਹਿੰਦੇ ਨਹੀਂ ਮੰਨਦੇ, ਉਹ ਕਹਿੰਦੇ ਸੰਸਾਰ ਵੱਜਿਆ, ਪਰ ਕਹਿੰਦੇ ਆ ਕਿ ਨਹੀਂ ਇੱਥੇ ਨਹੀਂ ਵੱਜਣਾ। ਹੁਣ ਇੱਥੇ ਵੱਜਣਾ ਨਹੀਂ ਹੈ ਤੇ ਉਹ ਵੱਜਣਾ ਕਿੱਦਾਂ? ਹੁਣ ਕੋਈ ਇਹ ਸੂਖਮ ਹੈਗਾ ਇਹ ਸਾਰਾ ਕੁਛ, ਕੋਈ ਏਦਾਂ ਤੇ ਹੈ ਨਹੀਂ ਕਿ ਤੁਸੀਂ ਪੈਰ ਛੱਡ ਕੇ ਭੱਜ ਜਾਓ ਜੰਗਲ ਚ, ਤੁਸੀਂ ਮੁਕਤ ਹੋ ਜਾਓਗੇ, ਮਨ ਤੇ ਤੁਹਾਡੇ ਨਾਲ ਚੱਲ ਜਾਣਾ। ਤਾਂ ਇਹ ਜਿਹੜੀ ਸੂਖਮ ਗੱਲ ਆ, ਇਹ ਗੱਲ ਜਦੋਂ ਤੁਸੀਂ ਪ੍ਰੈਕਟੀਕਲ ਭਗਤੀ ਕਰੋਗੇ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਕਿ ਇਹ ਚੀਜ਼ਾਂ ਮੇਰੇ ਤੋਂ ਅਲੱਗ ਹੋ ਗਈਆਂ। ਕਿੱਦਾਂ ਅਲੱਗ ਹੋ ਗਈਆਂ? ਜਿੱਦਾਂ ਨਾਰੀਅਲ ਦਾ ਗਿਰੀ, ਉਹ ਪੱਕੇ ਨਾਰੀਅਲ ਦੇ ਵਿੱਚ ਵੇਖੋ ਨਾ, ਉਹ ਗੈਪ ਪੈ ਜਾਂਦਾ, ਰਹਿੰਦੇ ਤੇ ਇਕੱਠੇ ਹੀ ਆ ਪਰ ਦੋਨੋਂ ਅਲੱਗ ਹੋ ਜਾਂਦੇ। ਇਸੇ ਹੀ ਤਰ੍ਹਾਂ ਬ੍ਰਹਮ ਗਿਆਨੀ ਜਿਹੜਾ ਸੰਸਾਰ 'ਚ ਰਹਿੰਦਾ ਹੈ, ਉਹ ਆਪਣੀ ਆਤਮਾ ਨੂੰ ਦਰਸ਼ਨ ਕਰ ਕਰਕੇ ਇੱਕ ਸਮਾਂ ਆਉਂਦਾ ਹੈ, ਉਹ ਸੰਸਾਰ ਰੂਪੀ ਜਿਹੜੀ ਬੰਧਨਾਂ ਦੀ ਰੱਸੀ ਹੈ, ਮੋਹ ਦੀ ਰੱਸੀ ਤੋਂ ਅਲੱਗ ਹੋ ਜਾਂਦਾ, ਮੁਕਤ ਹੋ ਜਾਂਦਾ। ਠੀਕ ਹੈ ਨਾ ਜੈ ਸਾਹਿਬ, ਅੱਗੇ ਚਲੀਏ। ਹਾਂਜੀ, ਇੱਕ ਹੋਰ ਲੈ ਲਿਆ ਵੀਰ ਜੀ। ਕਬੀਰ ਹੰਸ ਉਡਿਓ ਤਨ ਗਾੜਿਓ ਸੋ ਜਹਾਈ ਸੈਨਾ, ਅਜਹੂ ਜਿਉ ਨਾ ਛੋੜਈ ਰੰਕਾਈ ਨੈਣਾ। ਆ ਦੇਖ ਲਓ ਬੰਨੇ ਹੋਏ ਭਾਈ, ਆ ਕਬੀਰ ਜੀ ਗਿਆਨ ਦੇ ਰਹੇ ਆ। ਆਖਰੀ ਟਾਈਮ ਆ ਗਿਆ, ਹੰਸ ਜਿਹੜਾ ਹੈਗਾ ਵੱਖ ਹੋ ਰਿਹਾ ਹੈ, ਆਤਮਾ ਵੱਖ ਹੋ ਰਹੀ ਹੈ, ਸਰੀਰ ਗੱਡਿਆ ਜਾਣਾ ਆ। ਹਾਲੇ ਵੀ ਜਿਹੜਾ ਹੈਗਾ ਇਨਸਾਨ, ਜ਼ੁਬਾਨ ਬੰਦ ਹੋ ਗਈ ਆ, ਬੋਲ ਨਿਕਲ ਨਹੀਂ ਰਿਹਾ, ਤੇ ਹਾਲੇ ਵੀ ਸੈਣਤਾ ਦੇ ਰਿਹਾ, ਸੈਣਤਾ ਮਾਰ ਰਿਹਾ ਹੈ। ਹਾਲੇ ਵੀ ਜਿਹੜਾ ਹੈਗਾ ਮਾਇਆ ਦੇ ਵਿੱਚ ਵੀ ਇਨਸਾਨ ਪੂਰੀ ਤਰ੍ਹਾਂ ਗੱਡਿਆ ਪਿਆ ਆ। ਹਾਲੇ ਵੀ ਜਿਹੜਾ ਹੈਗਾ ਲੋਕਾਂ ਨੂੰ, ਸੰਬੰਧੀਆਂ ਨੂੰ ਜਿਹੜਾ ਹੈਗਾ ਪਤਾ ਹੀ ਨਹੀਂ ਲੱਗਦਾ, ਆਖਰੀ ਦਮ ਤੱਕ ਜਿਹੜਾ ਹੈਗਾ ਮਾਇਆ ਦੀਆਂ ਹੀ ਗੱਲਾਂ ਕਰੀ ਜਾ ਰਿਹਾ, ਮਾਇਆ ਦੀਆਂ ਸਿੱਖਿਆ ਦੇਈ ਜਾ ਰਿਹਾ। ਅਜਹੂ ਜਿਉ ਨਾ ਛੋੜਈ ਰੰਕਾਈ ਨੈਣਾ। ਹਾਲੇ ਵੀ ਜਿਹੜਾ ਇਨਸਾਨ ਜਿਹੜਾ ਹੈਗਾ, ਇਹ ਮਾਇਆ ਦੀਆਂ ਜਿਹੜੀਆਂ ਹੈਗੀਆਂ ਮੋਹ ਦੀਆਂ ਤਾਰਾਂ, ਇਹ ਰੰਕਾਈ ਕਹਿੰਦੇ ਆ, ਨੀਚਪੁਣਾ ਜਿਹੜਾ ਹੈਗਾ ਨਹੀਂ ਛੱਡ ਰਿਹਾ ਹਾਲੇ ਵੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਗੱਲ ਕੀਤੀ ਜੇ। ਇਹ ਵਾਨਪ੍ਰਸਥ ਦੀ ਗੱਲ ਕਰਦੇ ਆ, ਗ੍ਰੰਥਾਂ ਦੇ ਵਿੱਚ ਲਿਖਿਆ ਵਾਨਪ੍ਰਸਥ ਇੱਕ ਜੀਵਨ ਹੈ ਜਿਹਨੂੰ ਰਿਟਾਇਰਮੈਂਟ ਕਹਿ ਦਿੰਦੇ ਆ ਆਪਾਂ। ਅਰਲੀ ਰਿਟਾਇਰਮੈਂਟ ਮਤਲਬ ਸੰਸਾਰ ਤੋਂ। ਹੁਣ ਜਿੱਦਾਂ ਇੱਕ ਨੌਂ ਆ ਗਈ ਆ, ਸੱਸ ਨੂੰ ਚਾਹੀਦਾ ਕਿ ਰਿਟਾਇਰਮੈਂਟ ਲੈਣੀ, ਪਰ ਉਹ ਸੱਚ ਤੇ ਕਈ ਵਾਰੀ ਚਾਬੀਆਂ ਤੇ ਹੋਰ ਗ੍ਰਿਪ ਵੱਜ ਜਾਂਦੀ ਹੈ, ਮੁੜ ਕੇ ਡਿਸਪਿਊਟ ਪੈਂਦੇ। ਠੀਕ ਆ, ਕੰਟਰੋਲ ਜਿੰਨਾ ਚਿਰ ਸੀ ਉਹ ਕੀਤਾ। ਹੁਣ ਨਵੀਂ ਜਨਰੇਸ਼ਨ ਆ ਰਹੀ ਆ, ਉਹਨਾਂ ਨੂੰ ਸਿੱਖਣ ਦਿਓ, ਉਹਨਾਂ ਨੂੰ ਗਲਤੀਆਂ ਕਰਨ ਦਿਓ, ਉਹ ਆਪਣੀਆਂ ਗਲਤੀਆਂ ਤੋਂ ਸਿੱਖਣਗੇ। ਇੱਕ ਬਹੁਤ ਵਧੀਆ ਮੌਕਾ ਹੈ, ਇਹੋ ਹੀ ਤਰੀਕਾ ਹੈ। ਪਰ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਆ, ਬੰਦੇ ਦੀ ਗ੍ਰਿਪ ਵੱਧ ਜਾਂਦੀ। ਹੁਣ ਉਹ ਕਹਿੰਦੇ ਆ ਕਿ ਦੇਖੋ ਹੰਸ ਦਾ ਜਾਣ ਦਾ ਟਾਈਮ ਆਇਆ ਹੈ, ਤੇ ਉਹ ਵਿਚਾਰਾ ਮੋਹ ਚ ਫਸਿਆ।
ਮੋਹ 'ਚ ਫਸਿਆ ਮਤਲਬ ਕਿ ਤੂੰ ਵੇਂਦਾ ਨਹੀਂ ਆ। ਦੇਖੋ ਇੱਕ ਚੀਜ਼ ਨੂੰ ਦੇਖੋ, ਇੱਕ ਔਰਤ ਦੀ ਮੈਂ ਗੱਲ ਸੁਣਾਉਣਾ, ਬੰਦਾ ਵੀ ਕੋਈ ਵੱਖਰਾ ਨਹੀਂ ਹੈਗਾ। ਔਰਤ ਚਾਹੁੰਦੀ ਆ ਮੈਂ ਹਮੇਸ਼ਾ ਖੂਬਸੂਰਤ ਨਜ਼ਰ ਆਵਾਂ, ਬਹੁਤ ਕੋਸ਼ਿਸ਼ ਕਰਦੀ ਉਹ ਕਿਸੇ ਤਰੀਕੇ ਨਾਲ ਇਹ ਝੁਰੜੀਆਂ ਨਾ ਦਿਖਣ। ਉਹਨੂੰ ਪਤਾ ਹੈ ਜਦੋਂ ਮੇਰਾ ਸਰੀਰ ਥੋੜਾ ਬੁੱਢਾ ਹੋ ਗਿਆ ਤੇ ਮੇਰੀ ਵੈਲਿਊ ਖਤਮ ਹੋ ਜਾਣੀ ਹੈ। ਇੱਕ ਚੀਜ਼ ਨੂੰ ਸਮਝੋ, ਪਰ ਬੁਢਾਪਾ ਵੀ ਤੇ ਇੱਕ ਜ਼ਰੂਰੀ ਹੈ ਨਾ, ਕੋਈ ਮਾੜੀ ਚੀਜ਼ ਥੋੜੀ ਹੈ। ਇੱਕ ਪ੍ਰਕਿਰਤੀ ਦਾ ਇੱਕ ਉਹ ਵੀ ਇੱਕ ਰੂਟ ਹੈ। ਉਹ ਕੋਸ਼ਿਸ਼ ਕਰਦੀ ਹੈ ਕਿਸੇ ਤਰੀਕੇ ਨਾਲ, ਉਹ ਆਪਣੇ ਆਪ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੀ। ਮਾਪੇ ਵੀ ਚਾਹੁੰਦੇ ਆ ਕਿ ਧੀ ਦਾ ਵਿਆਹ ਛੇਤੀ ਹੋ ਜਾਏ, ਕਿਉਂਕਿ ਜਦੋਂ ਜਵਾਨੀ ਜ਼ਿਆਦਾ ਚਿਰ ਨਹੀਂ ਰਹਿੰਦੀ, ਇੱਕ ਟਾਈਮ ਆਊਗਾ ਉਹਨੂੰ ਮਾਪਿਆਂ ਨੂੰ ਪਤਾ ਹੁੰਦਾ ਕਿ ਧੀ ਬਰਬਾਦ ਰਹੀ ਹੈ। ਹੁਣ ਸਟਨ ਏਜ ਆ ਜੂਗੀ, ਫਿਰ ਉਹ ਗ੍ਰਾਫ ਥੱਲੇ ਨੂੰ ਆਉਂਦਾ ਨਿੱਜਾ ਸਾਹਿਬ। ਬਿਲਕੁਲ। ਉਹ ਫਿਰ ਉਦੋਂ ਫਿਰ ਉਹਦੀ ਵੈਲਿਊ ਘਟ ਜਾਂਦੀ ਹੈ, ਡੀਵੈਲਿਊ ਹੋ ਜਾਂਦੀ ਹੈ। ਕਿੱਥੇ ਉਹ ਲੋਕੀ ਉਹ ਤੋਂ ਰਿਸ਼ਤਾ ਲੈਣ ਆਉਂਦੇ ਸੀ, ਹੁਣ ਇਹਨਾਂ ਨੇ ਰਿਸ਼ਤਾ ਮੰਗਣਾ, ਆਪਕੋ ਮਿਲਣਾ ਨਹੀਂ। ਇੱਕ ਮੈਂ ਵੈਸੇ ਸਰਸਰੀ ਗੱਲ ਕੀਤੀ ਆ, ਇੱਕ ਮਤਲਬ ਜਨਰਲ ਗੱਲ ਕੀਤੀ ਹੈ। ਹੁਣ ਨਹੀਂ ਕੋਈ ਫਰਕ ਪੈਂਦਾ, ਪਰ ਏਦਾਂ ਦਾ ਅਸੂਲ ਹੈਗੇ ਨੇ, ਕਟਨ ਅਸੂਲ। ਇਹ ਜਿਹੜੀਆਂ ਚੀਜ਼ਾਂ ਦੇਖੋ, ਹੁਣ ਇਹ ਜਦੋਂ ਇਹ ਬੰਦਾ ਆਪਾਂ ਇੱਕ ਸਰੀਰ ਤੇ ਬੈਠੇ, ਹੁਣ ਮੇਰੀ 43 ਸਾਲ ਉਮਰ ਆ, ਕਿੰਨੀ ਕੁ ਹੋਰ ਕਦੇ ਹੋਊਗੀ? ਜ਼ਿਆਦਾ ਉਮਰ ਤੇ ਹੈ ਨਹੀਂ ਇੰਡੀਅਨ ਲੋਕਾਂ ਦੀ। 10-20% ਹੀ ਲੋਕ ਹੁੰਦੇ ਨੇ ਜਿਹੜੇ ਤੱਕ ਜਾਂਦੇ ਨੇ, ਬਾਕੀ ਤੇ ਵਿਚਾਰੇ ਪਹਿਲਾਂ ਹੀ ਚੜ ਜਾਂਦੇ ਨੇ ਗੱਡੀ। ਉਹ ਕਹਿੰਦੇ ਨੇ ਕਿ ਤੂੰ ਮਹਿਸੂਸ ਨਹੀਂ ਕੀਤਾ, ਮਤਲਬ ਕਿ ਥੋੜਾ ਬਹੁਤਾ ਇੱਧਰ ਉੱਧਰ ਵੇਖ ਕੇ ਗ੍ਰੰਥਾਂ 'ਚ ਕੀ ਲਿਖਿਆ ਹੈ ਕਿ ਤੂੰ ਬਿਲਕੁਲ ਹੀ ਇੱਕ ਬੇਹੋਸ਼ੀ 'ਚ ਆਪਣਾ ਜੀਵਨ ਬਤੀਤ ਕਰ ਦੇਗਾ। ਸਾਰਾ ਜੀਵਨ ਤੇ ਤੂੰ ਕੱਢ ਲਿਆ, ਹੁਣ ਤੇਰਾ ਸਰੀਰ, ਤੈਨੂੰ ਨਹੀਂ ਪਤਾ ਤੇਰਾ ਸਰੀਰ, ਤੇਰੇ ਚਿਹਰੇ ਤੇ ਵਾਲ ਵੇਖ ਇੱਕਦਮ ਗਰੇ, ਸਾਰਾ ਕੁਝ ਤੇ ਵਾਈਟ ਹੋ ਗਿਆ, ਮੂੰਹ ਦੀ ਸ਼ਕਲ ਵੇਖ ਤੂੰ ਏਦਾਂ ਦਾ ਸਾਂ। ਪਰ ਤੂੰ ਸਗੋਂ ਇਸ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਬਦਲਣ ਦੀ ਜਗ੍ਹਾ ਤੇ ਤੂੰ ਹੋਰ ਇਹਨੂੰ ਚਿੰਬੜੀ ਜਾਂਦੇ ਆ, ਹੋਰ ਜੱਫੀਆਂ ਪਾਉਂਦੇ ਆ। ਮੋਹ ਤੇਰਾ ਸਟਰੋਂਗ ਹੁੰਦੇ ਆ, ਔਰ ਹੰਸ ਨੇ ਉੱਡ ਜਾਣਾ। ਔਰ ਜੋ ਤੂੰ ਪਹਿਲਾਂ ਕੀਤਾ, ਪਹਿਲੇ ਨਾਲ ਤੈਨੂੰ ਦੱਸ, ਤੇਰੀ ਕੋਈ ਤ੍ਰਿਪਤੀ ਹੋਈ ਆ, ਤੇਰੇ ਮਨ ਦੀ ਕੋਈ ਸੰਤੁਸ਼ਟੀ ਹੋਈ ਆ? ਤੂੰ ਕਿੱਥੇ ਪਹੁੰਚਿਆ? ਤੂੰ ਆਪਣੇ ਆਪ ਨੂੰ ਫਿਗਰ ਆਊਟ ਕਰ। ਤੂੰ 2-4 ਮਿੰਟ ਬਹਿ, ਆਪਣੇ ਆਪ ਨੂੰ ਐਨਾਲਾਈਜ਼ ਕਰ, ਦੇਖ ਤੂੰ ਜੋ ਵੀ ਕੀਤਾ ਉਹਦੇ ਨਾਲ ਤੇਰੀ ਤ੍ਰਿਪਤੀ ਹੋਈ ਆ? ਨਹੀਂ। ਹੁਣ ਅੱਗੇ ਚੱਲ ਕੇ ਵੀ ਤੇਰਾ ਕੁਛ ਹੋ ਜਾਊਗਾ? ਨਹੀਂ। ਤੇ ਇਹ ਸਵਾਲ ਤੂੰ ਕਿਦੋਂ ਕਰਨਾ? ਕਿਉਂਕਿ ਜਿਵੇਂ ਜਿਵੇਂ ਤੂੰ ਆਖਰੀ ਪੜਾਅ ਦੇ ਲਾਗੇ ਆ ਰਿਹਾ ਨਾ, ਤੇ ਖੇਡ ਔਖੀ ਹੋ ਜਾਣੀ ਹੈ ਨਿੱਜਾ ਸਾਹਿਬ। ਬਿਲਕੁਲ। ਕਿਉਂਕਿ ਹੁਣ ਬੁੱਢਾ ਸਰੀਰ ਆ, ਉਹ 'ਚ ਕਈ ਮਜਬੂਰੀਆਂ ਨੇ। ਹੁਣ ਮੇਰੇ ਸਰੀਰ 'ਚ ਕਈ ਪ੍ਰੋਬਲਮਾਂ ਆ ਗਈਆਂ। 43-44 ਸਾਲ ਉਮਰ ਆ, ਮੈਂ ਫੀਲ ਕਰਦਾ। ਔਰ ਜਦੋਂ 60 ਸਾਲ ਉਮਰ ਹੋਣੀ ਆ, ਤੁਹਾਡੇ 'ਚ ਹੋਰ ਨੁਕਸ ਪੈਣੇ ਆ, 70 ਦੇ 'ਚ ਹੋਰ ਨੁਕਸ ਪੈ ਜਾਣੇ ਆ। ਇਹ ਮਸ਼ੀਨ ਡਾਊਨ ਜਾ ਰਹੀ ਆ, ਮਸ਼ੀਨ ਨਵੀਂ ਥੋੜੀ ਹੋ ਰਹੀ ਹੈ। ਇਹਦੀ ਵੈਲਿਡਿਟੀ ਘੱਟ ਰਹੀ ਹੈ। ਔਰ ਜੇਕਰ ਵੈਲਿਡਿਟੀ ਘੱਟ ਰਹੀ ਹੈ, ਹੁਣ ਪੁਰਾਣੀ ਮਸ਼ੀਨਾਂ ਤੁਸੀਂ ਕੰਮ ਕਰੋ, ਤੁਸੀਂ ਉਹਨਾਂ ਕੰਮ ਨਹੀਂ ਕਰ ਸਕਦੇ ਜਿੰਨਾ ਨਵੀਂ ਮਸ਼ੀਨਾਂ ਕਰ ਸਕਦੇ ਜੋ, ਕਿ ਉਹ ਬੁੱਢੀ ਹੋ ਗਈ ਮਸ਼ੀਨ। ਹੁਣ ਉਹਦੇ ਪੁਰਜੇ ਪਰਜੇ ਵੀ ਉਹਨੇ ਪਾਵਰਫੁਲ ਨਹੀਂ ਆ। ਜ਼ਿਆਦਾ ਜ਼ੋਰ ਲਗਾਓਗੇ ਤੇ ਪੁਰਜੇ ਟੁੱਟੀ ਜਾਣਗੇ ਉਹਦੇ। ਮੇਜਰ ਸਾਹਿਬ ਬਿਲਕੁਲ। ਇਸ ਕਰਕੇ ਉਹ ਫਿਰ ਸਲੋ ਚਲਾਈ ਦੀ, ਉਹਦੀ ਰੇਸਾਂ ਘੱਟ ਚਲਾਈ ਦੀਆਂ ਨੇ, ਰੇਸਾਂ ਨਹੀਂ ਲਾਈ ਦੀਆਂ ਬਹੁਤੀਆਂ, ਬੁੱਢੀ ਹੋ ਗਈ ਮਸ਼ੀਨ। ਇਸੇ ਹੀ ਤਰ੍ਹਾਂ ਸਰੀਰ ਹੈ ਸਾਡਾ ਸਰੀਰ ਹੌਲੀ ਹੌਲੀ ਕਰਕੇ ਡਾਊਨਗ੍ਰੇਡ ਹੁੰਦਾ। ਔਰ ਇਹਦਾ ਮਤਲਬ ਵਾਨਪ੍ਰਸਥ ਦਾ ਮਤਲਬ ਇਹੋ ਹੀ ਹੈ, ਰਿਟਾਇਰਮੈਂਟ ਦਾ ਮਤਲਬ ਇਹ ਨਹੀਂ ਕੰਮ ਛੱਡ ਕੇ ਜੰਗਲਾਂ 'ਚ ਭੱਜ ਜਾਣਾ। ਵਾਨਪ੍ਰਸਥ ਦਾ ਮਤਲਬ ਤੂੰ ਏਦਾਂ ਦਾ ਜੀਵਨ ਬਤੀਤ ਕਰ, ਰਹਿ ਘਰ 'ਚ ਹੀ, ਪਰ ਆਪਣੀਆਂ ਹੌਲੀ ਹੌਲੀ ਕਰਕੇ ਜਿਹੜੀਆਂ ਤੇਰੀਆਂ ਜ਼ਿੰਮੇਵਾਰੀਆਂ ਨਾ, ਉਹ ਦੂਜੇ ਤੇ ਸ਼ਿਫਟ ਕਰੀ ਜਾ ਹੌਲੀ ਹੌਲੀ। ਔਰ ਪਤਾ ਵੀ ਨਾ ਲੱਗੇ ਤੂੰ ਉਸ ਮਸ਼ੀਨ 'ਚੋਂ ਇੱਕਦਮ ਬਾਹਰ ਆ ਜਾਏ ਤੇ ਦੂਜੇ ਉਸੇ ਮਸ਼ੀਨ ਨੂੰ ਚਲਾਈ ਜਾ। ਇੰਨਾ ਜੀਵਨ ਆਪਾਂ ਚਲਾਉਣਾ ਹੈ ਏਦਾਂ ਦਾ। ਪਰ ਬਹੁਤ ਲੋਕ ਨਹੀਂ, ਮੈਂ ਵੇਖਿਆ ਜਿਵੇਂ ਜਿਵੇਂ ਬੁੱਢਾ ਹੁੰਦਾ ਬੰਦਾ, ਉਹਦੀ ਗ੍ਰਿਪ ਬਹੁਤ ਵੱਧ ਜਾਂਦੀ ਹੈ, ਉਹ ਛੱਡਣਾ ਨਹੀਂ ਚਾਹੁੰਦਾ। ਔਰ ਕਬੀਰ ਜੀ ਉਸੇ ਗੱਲ ਨੂੰ ਕਹਿ ਰਹੇ ਨੇ ਕਿ ਬਈ ਤੂੰ ਉਸ ਗੱਲ ਤੇ ਜ਼ਰੂਰ ਵਿਚਾਰ। ਤੈਨੂੰ ਆਪਣੇ ਹੱਥ ਨੂੰ ਪਿੱਛੇ ਕਰਨਾ ਪਊਗਾ, ਕਿਉਂਕਿ ਚੀਜ਼ ਫੜੀ ਹੈ ਤੂੰ, ਚੀਜ਼ ਨੇ ਤੈਨੂੰ ਨਹੀਂ ਫੜਿਆ, ਤੂੰ ਫੜਿਆ ਨਿੱਜਾ ਸਾਹਿਬ। ਬਿਲਕੁਲ। ਤੂੰ ਮੁੱਠੀ ਢਿੱਲੀ ਛੱਡੇਗਾ ਤੇ ਆਪਣੇ ਆਪ ਤੂੰ ਮੁਕਤ ਹੋ ਜਾਏਗਾ। ਗੁੱਲੀਆਂ ਛੱਡਦੇ ਥੋੜੀਆਂ ਜੀਆਂ, ਵੈਸੇ ਵੀ ਤੂੰ ਕਿੰਨੇ ਸਾਲ ਫੜ ਕੇ ਰੱਖੀਆਂ ਸੀ, ਕੀ ਲੱਭਿਆ ਤੈਨੂੰ? ਤੇ ਥੋੜਾ ਜਿਹਾ ਫਲੀਆਂ ਨੂੰ ਢਿੱਲਾ ਕਰਕੇ ਛੱਡੇਗਾ ਤੇ ਸਰਾਈ 'ਚ ਤੇਰਾ ਹੱਥ ਬਾਹਰ ਆ। ਠੀਕ ਹੈ ਨਿੱਜਾ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਬਿਲਕੁਲ ਜੀ।
ਕਿ ਕੁਝ ਕਹਿਣਾ ਚਾਹੁੰਦੇ ਆ? ਨਾ ਬਿਲਕੁਲ ਠੀਕ ਹੈ ਜੀ, ਬਿਲकुल ਠੀਕ ਹੈ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਅੱਜ ਦੀ ਜਿੰਨੀ ਵੀ ਕਥਾ ਕੀਤੀ ਆ ਆਪਾਂ ਉਹਦੇ ਪਿੱਛੇ 2 ਮਿੰਟ ਲਾਉਣੇ ਆ। ਦੇਖੋ ਤੁਸੀਂ ਨਿਰਵਿਚਾਰ ਹੋ ਗਏ ਤੇ ਚੇਤਨਾ ਦਾ ਪ੍ਰਕਾਸ਼ ਹੋ ਗਿਆ, ਤੁਹਾਡੀ ਜ਼ਿੰਦਗੀ 'ਚ ਜਿਹੜਾ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਣਾ, ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਕਰਨਾ ਕੀ ਹੈ। ਵੈਰੀ ਕਲੀਅਰ, ਤੁਹਾਨੂੰ ਕਨਫਿਊਜ਼ਨ ਨਹੀਂ ਰਹੇਗੀ। ਹਉਮੈ ਉਹਨਾਂ ਚਿਰ ਤੱਕ ਨਹੀਂ ਜਾਂਦੀ ਜਿੰਨਾ ਚਿਰ ਤੱਕ ਤੁਸੀਂ ਆਤਮਾ ਤੱਤ 'ਚ, ਕਹਿਣ ਤੋਂ ਭਾਵ ਨਿਰਵਿਚਾਰ ਅਵਸਥਾ 'ਚ ਤੁਸੀਂ ਆਪਣੇ ਰੂਪ ਨੂੰ, ਅੱਜ ਆਪਣੇ ਸਰੂਪ ਨੂੰ ਦੇਖ ਨਹੀਂ ਦਿੰਦੇ। ਦੇਖਣ ਦਾ ਮਤਲਬ ਉੱਥੇ ਕੋਈ ਲਾਈਟ ਲੂਟ ਨਹੀਂ ਹੈਗੀ। ਕਈ ਲੋਕ ਕਹਿੰਦੇ ਮੈਨੂੰ ਬਲਬ ਦੇਖਦਾ, ਲਾਈਟ ਦੇਖਦੀ ਆ, ਉਹ ਠੀਕ ਹੈ, ਸ਼ੁਰੂ 'ਚ ਇੰਟਰਸਟਿੰਗ ਹੈ, ਮਨ ਨੂੰ ਚੰਗਾ ਲੱਗਦਾ ਹੈ, ਉਹ ਇੱਕ ਅਲੱਗ ਅਨੁਭਵ ਬਣੇ। ਪਰ ਆਖਰ ਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਨੁਭਵ ਜਿਹੜਾ ਹੈ ਉਹ ਹੈ ਅਨੁਭਵ ਰਹਿਤ ਅਨੁਭਵ। ਉੱਥੇ ਪਹੁੰਚਣਾ ਜਿੱਥੇ ਸਾਰੇ ਅਨੁਭਵ ਸ਼ਾਂਤ ਹੋ ਜਾਂਦੇ ਨੇ। ਕਹਿਣ ਤੋਂ ਭਾਵ ਕਿ ਜਿਹੜਾ ਅਨੁਭਵ ਕਰਦਾ ਹੈ, ਜਿਹਨੇ ਅਨੁਭਵ ਹੋਣਾ ਹੈ, ਦੋਨੋਂ ਇੱਕ ਹੋ ਜਾਂਦੇ ਨੇ। ਉਹ ਆਖਰੀ ਅਵਸਥਾ ਹੈ, ਉੱਥੇ ਪਹੁੰਚਣਾ ਹੈ ਤੇ ਤੁਹਾਡਾ ਕੰਮ ਆਪਣੇ ਆਪ ਹੀ ਹੋ ਜਾਣਾ। ਕੁਛ ਕਰਨ ਦੀ ਲੋੜ ਨਹੀਂ, ਤੁਹਾਨੂੰ ਸਾਰਾ ਗਿਆਨ ਹੋ ਜਾਏਗਾ ਤੁਸੀਂ ਆਪਣਾ ਜੀਵਨ ਕਿੱਦਾਂ ਦਾ ਬਤੀਤ ਕਰਨਾ ਹੈ। ਔਰ ਫਿਰ ਇੱਕ ਸਮਾਂ ਆਊਗਾ ਤੁਸੀਂ, ਤੁਹਾਡੀ ਸੁਰਤੀ ਉਸ ਸਾਖਸ਼ੀ ਦੇ ਵਿੱਚ ਲੀਨ ਹੋ ਜਾਏਗੀ। ਸਾਖਸ਼ੀ ਦਾ ਮਤਲਬ ਗਵਾਹ। ਗਵਾਹ ਜਿਹੜਾ ਗਵਾਹ ਹੈ, ਕਰਦਾ ਕੁਛ ਨਹੀਂ ਹੈ, ਬਸ ਗਵਾਹ ਹੈ, ਆਤਮਾ, ਉਹ ਹੈ ਤੁਹਾਡੀ ਆਤਮਾ। ਉਹਦੇ 'ਚ ਤੁਹਾਡੀ ਸੁਰਤੀ ਲੀਨ ਹੋ ਜਾਣੀ ਹੈ, ਕੰਮ ਹੋ ਗਿਆ ਪੂਰਾ। ਜੋਤੀ ਜੋਤ ਰੜੀ, ਜੋਤੀ ਜੋਤ, ਬਸ ਇੰਨਾ ਜੋ ਕੰਮ। ਔਰ ਜਦੋਂ ਤੁਹਾਡੀ ਜੋਤੀ ਰਲ ਗਈ ਤੇ ਬਸ ਰਾਮ ਕਬੀਰਾ ਇੱਕ ਬੈਠੇ ਕੋਈ ਨਾ ਸਕੇ, ਮੁਕਤ ਹੋ ਗਏ ਤੁਸੀਂ। ਫਿਰ ਉਹ ਕਹਿੰਦੇ ਆਪ ਹੀ ਮੁਕਤ ਹੁੰਦੇ ਆ, ਮੁਕਤ ਕਰੇ ਸੰਸਾਰ। ਉਹ ਦੂਜਿਆਂ ਨੂੰ ਵੀ ਮੁਕਤ ਕਰ ਸਕਦੇ ਆ, ਕਿਉਂਕਿ ਉਹਨਾਂ ਕੋਲ ਕੁੰਡੀ ਆ ਗਈ, ਉਹਨਾਂ ਨੂੰ ਗਿਆਨ ਹੋ ਗਿਆ। ਪਰਮਾਤਮਾ ਫਿਰ ਕੀ ਕਰਦਾ ਹੈ, ਉਹਨਾਂ ਨੂੰ ਆਪਣੇ ਘਰ ਦੀ ਚਾਬੀ ਦੇ ਦਿੰਦਾ। ਫਿਰ ਉਹ ਆਪ ਵੀ ਜਾਂਦੇ ਆ, ਦੂਜਿਆਂ ਨੂੰ ਵੀ ਲੈ ਜਾਂਦੇ ਆ। ਇਸ ਤਰ੍ਹਾਂ ਦਾ ਸਿਸਟਮ ਬਣਿਆ। ਠੀਕ ਹੈ ਜੀ, ਅੱਜ ਦੀ ਵਿਚਾਰੇ ਇੱਥੇ ਸਮਾਪਤ ਕਰਦੇ ਹਾਂ ਜੀ। ਹਾਂਜੀ ਬਹੁਤ ਵਧੀਆ ਗੋਰਖੀ ਸਾਹਿਬ। ਇੱਕ ਨਾ ਗੋਰਖੀ ਸਾਹਿਬ ਅਰਦਾਸ ਕਹਿ ਰਹੇ ਸੀਗੇ, ਇੱਕ ਬੀਬੀ ਕਹਿ ਰਹੀ ਸੀਗੀ, ਇੱਕ ਭਗਤੀ ਵਾਸਤੇ, ਭਗਤੀ ਕਹਿੰਦੇ ਮੇਰਾ ਮਨ ਭਗਤੀ 'ਚ ਮਨ ਲੱਗ ਜਾਏ। ਤੇ ਇੱਕ ਬੱਚਾ ਹੈ, ਬੱਚੇ ਦੇ 'ਚ ਕੋਈ ਜਿਹੜਾ ਹੈਗਾ ਬਾਹਰ ਬੂਰ ਦਾ ਕਹਿੰਦੀ ਆ, ਉਹ ਕਹਿੰਦੇ ਸੀ ਮੈਂ ਕਿਹਾ ਚਲੋ ਕਹਿ ਦਿੰਦੇ ਗੋਰਖੀ ਸਾਹਿਬ ਨੂੰ। ਠੀਕ ਹੈ ਜਨਾਬ, ਠੀਕ ਹੈ ਜਨਾਬ। ਅਰਦਾਸਾਂ ਵਾਵੇ ਨੇ ਅੱਜ। ਠੀਕ ਹੈ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗੁਨਾਹ ਅਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਨਾਮ ਦਾਨ ਸੁਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ, ਘਰ ਵਿੱਚ ਇਤਫਾਕ ਬਖਸ਼ਣਾ। ਮੇਰੇ ਮਾਲਿਕ ਇੱਕ ਅਰਦਾਸ ਆਈ ਹੈ। ਇੱਕ ਮਾਤਾ ਕਹਿੰਦੀ ਹੈ ਕਿ ਉਹਦਾ ਧਿਆਨ ਜਿਹੜਾ ਹੈ ਭਗਤੀ 'ਚ ਲੱਗੇ। ਦੂਸਰਾ ਉਹਨਾਂ ਦਾ ਬੱਚਾ ਹੈ, ਉਹ ਕਹਿੰਦੇ ਕਿ ਉਹਨਾਂ ਦਾ ਕਾਰਜ ਰਾਸ ਆਵੇ। ਆਪ ਜਾਨੀ ਜਾਣ ਜੋ, ਆਪ ਕਾਰਜ ਰਾਸ ਕਰੋ। ਇੱਕ ਮੇਰੇ ਪਿਤਾ, ਇੱਕ ਲੜਕੀ ਆਪਣੇ ਪਤੀ ਦੀ ਅਰਦਾਸ ਕਰਾਉਂਦੀ ਹੈ, ਕਹਿੰਦੀ ਉਹ ਨਸ਼ਾ ਬਹੁਤ ਕਰਦਾ ਹੈ ਤੇ ਆਪ ਉਹਨਾਂ ਨੂੰ ਵੀ ਦੇਹ ਬਖਸ਼ੋ, ਉਹਨਾਂ ਦੇ ਪਤੀ ਨੂੰ ਵੀ ਮੱਤ ਬਖਸ਼ੋ, ਤਾਂ ਜੋ ਇਹ ਇਸ ਜੀਵਨ ਤੋਂ ਮੁਕਤ ਹੋ ਕੇ ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰਨ। ਮੇਰੇ ਮਾਲਿਕ ਇੱਕ ਮਾਤਾ ਅਰਦਾਸ ਕਰਦੀ ਹੈ, ਉਹ ਕਹਿੰਦੇ ਨੇ ਕਿ ਉਹਨਾਂ ਦਾ ਲੜਕਾ ਹੈ, ਉਹ ਉਹਨਾਂ ਦੀ ਸ਼ਾਦੀ ਹੋਵੇ, ਵਿਆਹੁਣ ਯੋਗ ਆ। ਇੱਕੋ ਚਾਹੁੰਦੇ ਨੇ ਕਿ ਮੇਰੇ ਪਿਤਾ ਮਨ ਕਈ ਵਾਰੀ ਉਖੜਦਾ ਹੈ, ਬਿਨਾਂ ਮਤਲਬ ਦੇ ਧਿਆਨ ਤੇ ਉਹਨਾਂ ਦਾ ਇਕਾਗਰ ਹੁੰਦਾ ਹੈ, ਪਰ ਫਿਰ ਵੀ ਮਨ ਕਈ ਵਾਰੀ ਟਪੂਸੀਆਂ ਮਾਰਦਾ ਹੈ। ਕਹਿੰਦੇ ਨੇ ਕਿ ਮਨ ਉਹਨਾਂ ਦਾ ਸ਼ਾਂਤ ਹੋਵੇ, ਔਰ ਮਨ ਨੂੰ ਸਮਾਤ ਬਖਸ਼ੋ ਮੇਰੇ ਮਾਲਿਕ। ਤੇ ਇੱਕ ਮੇਰੇ ਪਿਤਾ ਇੱਕ ਹੋਰ ਅਰਦਾਸ ਆਈ ਹੈ, ਇੱਕ ਭੈਣ ਅਰਦਾਸ ਕਰਾਉਂਦੀ ਹੈ, ਉਹਨਾਂ ਦੇ ਸਰੀਰ 'ਚ ਕਾਫੀ ਕਸ਼ਟ, ਆਪ ਜਾਨੀ ਜਾਣ ਜੋ, ਉਹਨਾਂ ਨੂੰ ਮੁਕਤ ਕਰੋ ਤਾਂ ਜੋ ਆਪ ਦੀ ਬੰਦਗੀ ਕਰ ਸਕਣ, ਆਪ ਜੀ ਦੀ ਭਗਤੀ ਕਰਨ, ਆਪ ਜਾਨੀ ਜਾਣ ਹੋ ਮੇਰੇ ਮਾਲਿਕ। ਬਿਨ ਬੋਲਿਆ ਸਭ ਕੁਝ ਜਾਣਦਾ ਤੇ ਸਿੱਖੀ ਇਸ ਆਗੇ ਕੀਜੀਏ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ